ਸਾਡੀ ਉਮੀਦ ਤੋਂ ਵੱਧ 10 ਗੁਣਾ ਵੱਧ ਹੁੰਗਾਰਾ ਮਿਲਿਆ ਸਾਨੂੰ। ਕੱਲ ਵੀ ਬਹੁਤ ਅੱਛੇ ਪ੍ਰੋਗਰਾਮ ਹੋਏ ਔਰ ਵੱਖ-ਵੱਖ ਰੰਗ ਮਿਊਰਲ ਬਣਾ ਰਿਹਾ, ਕੋਈ ਅੱਜ ਉਹ ਤਸਵੀਰਾਂ ਲੱਗੀਆਂ ਹੋਈਆਂ ਸੀ, ਕੋਈ ਪੇਂਟਿੰਗ ਕਰ ਰਿਹਾ, ਤਬਲਾ ਸੀ, ਤਬਲਾ ਮੁੰਡੇ ਨੇ ਕੱਲ ਰੰਗ ਬੰਨ੍ਹ ਦਿੱਤਾ, ਪੁਹਾਰ ਵਾਲਾ ਹੋਰਾਂ ਦਾ ਲੈਕਚਰ ਸੀ। ਕੋਈ ਸਵਾਲ ਵੀ ਹੋ ਸਕਦੇ ਹੁੰਦੇ, ਕੋਈ ਤੌਖਲੇ ਵੀ ਹੋ ਸਕਦੇ ਹੁੰਦੇ, ਕਈ ਵਾਰੀ ਅਸਹਿਮਤੀਆਂ ਵੀ ਹੋ ਸਕਦੀਆਂ ਹੁੰਦੀਆਂ, ਪਰ ਉਹਨਾਂ ਨੇ ਜਿਸ ਤਰੀਕੇ ਪੰਜਾਬੀ ਮਨ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ, ਬੜੇ ਠਰਮੇ ਦੇ ਨਾਲ ਗੱਲਾਂ ਕੀਤੀਆਂ। ਥੋੜ੍ਹਾ ਜਿਹਾ ਤੁਹਾਨੂੰ ਗੱਲ ਤੁਹਾਡੇ ਮਨ 'ਚ ਟਿਕਦੀ ਸੀ, ਡਿੱਗਦੀ ਸੀ, ਫਿਰ ਟਿਕਦੀ ਵੀ ਸੀ, ਕਿਉਂਕਿ ਲੈਕਚਰ ਅਸੀਂ ਰੱਖਿਆ ਹੋਇਆ ਸੀ, ਉਹਦੇ 'ਤੇ ਡਿਬੇਟ ਨਹੀਂ ਸੀ ਰੱਖੀ ਹੋਈ। ਇਸ ਕਰਕੇ ਕੁਝ ਸਵਾਲ ਜਿਹੜੇ ਉਹਨਾਂ ਦੇ ਨੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ 5 ਦਿਨ ਆਪਾਂ ਪ੍ਰੋਗਰਾਮ ਕਰਨਾ ਹੈ, ਰੋਜ਼ 4 ਤੋਂ 6 ਅਸੀਂ ਕਰਦੇ ਹਾਂ। ਇਸੇ ਤਰ੍ਹਾਂ ਆਰਟਿਸਟ ਬਾਹਰ ਕਰਿਆ ਕਰਨਗੇ, ਇੱਥੇ ਆਪਾਂ ਡਿਬੇਟ ਲਈ, ਡਿਸਕਸ਼ਨ ਲਈ। ਅੱਜ ਦੇ ਜਿਹੜਾ ਸਾਡਾ ਹੈ ਕਵਿਤਾ ਦੀ ਤਲਾਸ਼ 'ਚ, ਇਹ 2 ਵਿਦਵਾਨ ਕਵੀ ਨੇ ਸਾਡੇ, ਪੋਇਟ ਨੇ, ਟਰਾਂਸਲੇਟਰ ਨੇ, ਥਿੰਕਰ ਨੇ, ਔਰ ਜਨੂਨ ਦੀ ਹੱਦ ਤੱਕ ਕਵਿਤਾ ਨਾਲ ਭਿੜਨ ਵਾਲੇ ਸ਼ਬਦੀਪ ਹੋਰੀ ਨੇ ਤੇ ਤਨਵੀਰ ਹੋਰੀ ਨੇ। ਔਰ ਉਸੇ ਹੀ ਜਨੂਨ ਚੋਂ, ਸ਼ਿੱਦਤ ਚੋਂ, ਮੁਹੱਬਤ ਚੋਂ ਕਹਿ ਲਓ ਉਹਨੂੰ, ਇਹ ਪ੍ਰੀ ਪੋਇਟਿਕ ਨਾਂ ਦੀ ਇੱਕ ਮੈਗਜ਼ੀਨ ਸ਼ਿਵਦੀਪ ਦਿਖਾ ਦੇਗਾ। ਵਰਲਡ ਦੀ ਪੋਇਟਰੀ ਦਾ ਸਥਾਨ ਕੀ ਹੈ, ਪੰਜਾਬੀ ਪੋਇਟਰੀ ਕਿੱਥੇ ਖੜੀ ਹੈ, ਪੰਜਾਬੀ ਚੋਂ ਕੁਛ ਥਿਆਂ ਪੱਟ ਕੇ ਵੀ ਇਹਨਾਂ ਨੇ ਲਿਆਂਦੀਆਂ ਨੇ। ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ, ਕਿਉਂਕਿ ਜੇ ਪੰਜਾਬ ਦੀ ਜਦੋਂ ਅਸੀਂ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਮਾਰ ਖਾ ਜਾਂਦੇ ਹਾਂ। ਅਸੀਂ ਹਿਸਟਰੀ ਸਿੱਖ ਗੁਰੂ ਸਾਹਿਬਾਨ ਤੋਂ, ਗੁਰੂ ਨਾਨਕ ਦੇਵ ਤੋਂ ਪੰਜਾਬ ਦੀ ਹਿਸਟਰੀ ਸ਼ੁਰੂ ਕਰਦੇ ਹਾਂ। ਅਸੀਂ ਸੱਭਿਅਤਾ ਹੜੱਪਾ ਵੱਲ ਨੂੰ ਜਾਂ ਹੋਰ ਮੋਹਨਜੋਦੜੋ ਵੱਲ ਨੂੰ ਜਾਂ ਹੋਰ ਸਾਡੇ ਨਾਥਾਂ ਵੱਲ ਨੂੰ ਨਹੀਂ ਜਾਂਦੇ, ਅਸੀਂ ਸੰਤਾਂ ਵੱਲ ਨੂੰ ਨਹੀਂ ਜਾਂਦੇ, ਅਸੀਂ ਗੁਲਾਬਦਾਸੀਆਂ ਤੋਂ ਨਹੀਂ ਸ਼ੁਰੂ ਕਰਦੇ। ਅਸੀਂ ਉੱਥੇ ਉਸੇ ਵੇਲੇ ਮਾਰ ਖਾ ਜਾਂਦੇ ਹਾਂ। ਅਸੀਂ ਪੰਜਾਬ ਨੂੰ ਸੰਕੇੜ ਕੇ ਰੱਖ ਦਿੰਦੇ ਹਾਂ। ਜਾਂ ਜੇ ਪੋਇਟਰੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਕੁਝ ਗੱਲਾਂ ਕਰਾਂਗੇ ਵੀ ਪ੍ਰਗਤੀਸ਼ੀਲ ਦੌਰ ਆਇਆ ਤਾਂ ਉਹਨੇ ਕਿਹੜੀ ਕਵਿਤਾ ਖਾ ਲਈ, ਜਾਂ ਉਹ ਕਿਹੜੀ ਕਵਿਤਾ ਸੀਗੀ ਜਿਹੜੀ ਉਹ ਖੋਜਣੋਂ ਰਹਿ ਗਈ। ਤੇ ਤਨਵੀਰ ਔਰ ਸ਼ਿਵਦੀਪ ਹੋਰੀ ਉਹਨੂੰ ਖੋਜ ਕੇ, ਖੰਗਾਲ ਕੇ, ਕੱਢ ਕੇ ਸਾਡੇ ਸਾਹਮਣੇ ਹੌਲੀ ਹੌਲੀ ਲੈ ਕੇ ਆ ਰਹੇ ਨੇ। ਪ੍ਰੀ ਪੋਇਟਿਕ ਦੇ ਵਿੱਚ ਕਵਿਤਾ ਦੀ ਤਲਾਸ਼ 'ਚ ਅਸੀਂ ਗੱਲਾਂ ਕਰਾਂਗੇ। ਮੈਂ ਬਹੁਤਾ ਨਹੀਂ ਬੋਲਾਂਗਾ, ਮੈਂ ਤਾਂ ਕੁਝ ਸਵਾਲ ਨੇ ਸਾਡੇ ਮਨਾਂ ਦੇ ਵਿੱਚ, ਮੇਰੇ ਕੁਝ ਦੋਸਤਾਂ ਦੇ ਜਿਹੜੇ ਤੁਹਾਡੇ ਸਵਾਲ ਹੋਣਗੇ ਉਹ ਵੀ ਆਪਾਂ ਇਹਨਾਂ ਦੇ ਕੋਲੋਂ ਨਾਲੋਂ ਨਾਲ ਗੱਲਾਂ ਕਰਾਂਗੇ। ਮੇਰੇ ਖਿਆਲ ਦੇ ਨਾਲ ਆਪਣੀ ਜਦੋਂ ਗੱਲਬਾਤ ਨਿਬੜ ਜਾਏਗੀ ਫਿਰ ਆਪਾਂ ਇੱਧਰੋਂ ਸਵਾਲ ਲੈ ਲਾਂਗੇ। ਜੇ ਕਿਸੇ ਗੱਲ ਤੋਂ ਕਰ ਸਕਦੇ, ਜਿਵੇਂ ਉਹ ਮੈਨੂੰ ਲੱਗਦਾ ਡਿਸਿਪਲਿਨ ਜਿਹਾ ਨਹੀਂ ਰਹਿਣਾ। ਆਪਾਂ ਪਹਿਲਾਂ ਗੱਲਾਂ ਕਰ ਲਈਏ, ਫਿਰ ਜਿਹੜੇ ਵੀ ਸਵਾਲ ਹੋਣਗੇ ਆਪਾਂ ਥੋੜੀ ਜਿਹੀ ਗੱਲਾਂ ਕਰ ਲਾਂਗੇ, ਜ਼ਿਆਦਾ ਸਵਾਲ ਇੱਧਰੋਂ ਲੈ ਲਾਂਗੇ। ਅਸੀਂ ਜਿਸ ਵੇਲੇ ਕੱਲ ਸ਼ਾਮ ਨੂੰ ਅਸੀਂ ਉਹ ਰਿਵਿਊ ਜਿਹਾ ਕਰ ਰਹੇ ਸੀ ਕਿ ਯਾਰ ਅਸੀਂ ਕੀ ਕੀਤਾ, ਅੱਜ ਜਿਹੜਾ ਕੀਤਾ ਅਸੀਂ ਕੀ ਕੀਤਾ, ਤੇ ਸਾਡੇ ਨਾਲ ਇੱਕ ਨੌਜਵਾਨ ਪੋਇਟ ਮਿੱਤਰ ਵੀ ਬੈਠਾ ਸੀ, ਮਨਜਿੰਦਰ, ਕਪੂਰਥਲੇ ਤੋਂ ਹੈ। ਇੱਥੇ ਸਾਡੇ ਦੇਸ਼ ਭਗਤ ਯਾਦਗਾਰ ਹਾਲ ਦੇ ਕਵੀ ਦਰਬਾਰ ਦੇ ਵਿੱਚ, ਮੇਲੇ ਵਾਲੇ ਕਵੀ ਦਰਬਾਰ 'ਚ ਵੀ ਉਹਨੇ ਕਵਿਤਾਵਾਂ ਪੜ੍ਹਦਾ ਹੈ। ਕੁਛ ਆਪਣੇ ਸਟਾਈਲ ਦੀਆਂ ਉਹਨੇ ਕਵਿਤਾਵਾਂ ਲਿਖੀਆਂ ਨੇ। ਅਸੀਂ ਉਹਨੂੰ ਫਿਰ ਕਿਹਾ ਚੱਲ ਤੂੰ ਕਵਿਤਾ ਸੁਣਾ ਯਾਰ ਮੈਨੂੰ। ਉਹਨੇ ਆਪਣੀ ਕਵਿਤਾ ਸੁਣਾਈ। ਉਹ ਕਵਿਤਾ ਤਨਵੀਰ ਹੋਰਾਂ ਨੂੰ ਐਂ ਲੱਗਾ ਕਿ ਇਹ ਭਾਸ਼ਾ ਵੀ ਮੈਂ ਸੁਣੀ ਹੋਈ ਹੈ, ਇਹ ਕਵਿਤਾ ਵੀ ਸੁਣੀ ਹੋਈ ਹੈ, ਔਰ ਮੈਂ ਕਈ ਦਹਾਕੇ ਪਹਿਲਾਂ ਸੁਣੀ ਹੋਈ ਹੈ। ਤਨਵੀਰ ਨੇ ਟਿੱਪਣੀ ਕਰ ਦਿੱਤੀ। ਉਹ ਵਿਚਾਰਾ ਲੂਖਾ ਲਾਖਾ ਹੋ ਗਿਆ, ਨਵੇਂ ਮੁੰਡਿਆਂ ਕੋਲੋਂ ਜਰਿਆ ਨਹੀਂ ਨਾ ਜਾਂਦਾ। ਤਨਵੀਰ, ਭਾਸ਼ਾ, ਕਵਿਤਾ ਦੀ ਭਾਸ਼ਾ ਕੀ ਹੁੰਦੀ ਆ, ਉਹ ਕਿਹੜੀ ਭਾਸ਼ਾ ਸੀ ਜਿਹੜੀ ਤੁਸੀਂ ਪਹਿਲਾਂ ਸੁਣੀ ਹੋਈ ਸੀ? ਆਪਾਂ ਇੱਥੇ ਸ਼ੁਰੂ ਕਰਦੇ। ਹੁੰਦੀ ਹੈ ਕੋਈ ਕਵਿਤਾ ਦੀ ਭਾਸ਼ਾ, ਕੋਈ ਪੁਰਾਣੀ ਭਾਸ਼ਾ, ਨਵੀਂ ਭਾਸ਼ਾ, ਭਾਸ਼ਾ ਉਣਤਰ ਬਣਤਰ, ਤੁਰਦੀ ਰਿੜਦੀ, ਅੱਗੇ ਬਣਦੀ, ਵਿਗਾੜਦੀ, ਤੋੜਦੀ, ਭੰਨਦੀ, ਜੋੜਦੀ, ਕਿਵੇਂ ਦੇਖਦੇ? ਪਹਿਲਾਂ ਤਾਂ ਸਭ ਦਾ ਧੰਨਵਾਦ ਸਾਡਾ ਕਾਲੀ ਦਾ ਕੱਢਣ ਵਾਸਤੇ। ਪਹਿਲੀ ਗੱਲ ਇਹ ਹੈ ਕਿ ਮੈਂ ਵੀ ਸ਼ਬਦੀਪ ਨਾਲ ਵੀ ਗੱਲ ਹੋਈ, ਤੇ ਉਹ ਨਾ ਗੁੱਲ ਸੀ, ਕਿਤੇ ਕੋਈ ਗੱਲ ਕੀਤੀ ਸੀ ਗੁੱਲ ਚੌਹਾਨ ਨਾਲ। ਉਹਨੂੰ ਕਿਹਾ ਵੀ ਤੇਰਾ ਕੋਈ ਕੰਮ ਕਰਾਉਣਾ ਦੇ, ਕਹਿੰਦਾ ਮੈਨੂੰ ਐਡੀ ਗੰਭੀਰਤਾ ਨਾਲ ਲੈਣ ਵਾਲਾ ਬੰਦਾ ਹੈਗਾ ਮੈਂ? ਕੋਈ ਇੰਨਾ ਹੀ ਗੰਭੀਰ ਆ। ਤੇ ਦੂਜੀ ਗੱਲ, ਸਾਨੂੰ ਇਹ ਲੱਗਦਾ ਕਿ ਅਸੀਂ ਬਾਣੀ ਦੇ ਬੰਦੇ ਨਹੀਂ ਹੈਗੇ, ਲੈਕਚਰ ਨਹੀਂ ਸਾਨੂੰ ਦੋਨਾਂ ਨੂੰ ਦੇਣਾ, ਤੇ ਆਪਾਂ ਵੀ ਗੱਲਾਂ ਹੀ ਕਰਨੀਆਂ ਨੇ, ਗੱਲਾਂ ਜਿਹੜੀਆਂ ਗੱਲਾਂ ਸਾਨੂੰ ਲੱਗਦੀਆਂ ਕਿ ਕਰਨੀਆਂ ਚਾਹੀਦੀਆਂ ਨੇ। ਕਾਲੀ ਨੇ ਗੱਲ ਕੀਤੀ ਕਿ ਕਾਵਿ ਭਾਸ਼ਾ ਕੀ। ਗੱਲ ਮੈਂ ਸ਼ੁਰੂ ਤੋਂ ਕਰਦਾ ਕਿ ਜਦੋਂ ਅਸੀਂ ਬੱਚਾ ਬੋਲਣ ਨਹੀਂ ਸਿੱਖਦਾ, ਅਸੀਂ ਕਹਿੰਦੇ ਵੀ ਤੂੰ ਆਪਦੀ ਮਾਂ ਨੂੰ ਕਿੰਨਾ ਪਿਆਰ ਕਰਦਾ? ਉਹ ਕਹਿੰਦਾ ਇੰਨਾ ਪਿਆਰ ਕਰਦਾ ਮੈਂ ਉਹਦੀ ਮਾਂ।
ਵਾਹ ਵਾਹ ਇੰਨਾ ਜ਼ਿਆਦਾ, ਇੰਨਾ ਪਿਆਰ ਕਰ। ਖੁਸ਼। ਅਸੀਂ ਉਹਨੂੰ ਦੱਸ ਦਿੰਦੇ ਹਾਂ ਕਿ ਇੰਨਾ ਕਹਿਣ ਦੀ ਲੋੜ ਨਹੀਂ, ਤੂੰ ਆਈ ਲਵ ਯੂ ਕਹੇ। ਉਹ ਅੱਗੇ ਤੁਰਦਾ, ਜੇ ਆਮ ਬੰਦਾ ਹੈਗਾ ਉਹਨੂੰ ਲੱਗਦਾ ਕਿ ਆਈ ਲਵ ਯੂ ਨਾਲ ਗੱਲ ਪੂਰੀ ਹੋ ਗਈ, ਮੈਂ ਕਹਿਤੀ। ਕਵੀ ਨੂੰ ਲੱਗਦਾ ਕਿ ਨਹੀਂ, ਆਈ ਲਵ ਯੂ ਨੂੰ ਵਿਸਤਾਰ ਦੇਣ ਦੀ ਲੋੜ ਹੈ। ਮੈਨੂੰ ਇਹ ਲੱਗਦਾ ਕਿ ਜਿੰਨੀ ਵੀ ਵਰਡ ਦੀ ਲਵ ਪੋਇਟਰੀ ਹੈ, ਉਹ ਆਈ ਲਵ ਯੂ ਨੂੰ ਵਿਸਤਾਰ ਦਿੰਦੇ ਨੇ। ਬਸ ਨੂੰ ਇੱਕ ਕਵਿਤਾ ਸਾਂਝੀ ਕਰਦਾ ਇੱਕ ਬੰਦੇ ਦੀ, ਅਰਬੀ ਕਵੀ ਹੈ, ਨਿਜ਼ਾਰ ਕਬਾਨੀ ਦਾ ਨਾਮ ਗਾ। ਉਹ ਆਦੀ ਪ੍ਰੇਮਿਕਾ ਨੂੰ ਕਹਿੰਦਾ, ਮੈਂ ਤੇਰੇ ਲਈ ਵੱਖਰੇ ਸ਼ਬਦ ਚਾਹੁੰਦਾ, ਵਾਹ। ਮੈਂ ਸ਼ਬਦਕੋਸ਼ ਚੋਂ ਬਾਹਰ ਨਿਕਲਣਾ ਚਾਹੁੰਦਾ, ਮੈਂ ਨਵੀਂ ਭਾਸ਼ਾ ਯਾਦ ਕਰਨੀ ਚਾਹੁੰਦਾ ਜੋ ਸਹੀ ਨਾਪਦੀ ਹੋਵੇ ਤੇਰੀ ਦੇਹ ਤੇ ਮੇਰੇ ਪਿਆਰ, ਮੇਰੇ ਪਿਆਰ ਦੇ। ਜਿਹੜੀ ਆਈ ਲਵ ਯੂ ਵਾਲੀ ਗੱਲ ਆ, ਵੀ ਮੈਨੂੰ ਲੱਗਿਆ ਕਿ ਉਹਨੂੰ ਲੱਗਦਾ ਕਿ ਆਈ ਲਵ ਯੂ ਮੈਂ ਕਹਿ ਸਕਦਾ ਜੀ ਆਪਦੀ ਪ੍ਰੇਮਿਕਾ ਨੂੰ, ਉਹਨੂੰ ਲੱਗਿਆ ਵੀ ਨਹੀਂ, ਇਹਦੇ ਨਾਲ ਨਹੀਂ ਗੱਲ ਬਣਦੀ। ਇਹਦੀ ਅੱਗੇ ਇੱਕ ਇਹਦੇ ਨਾਲ ਹੀ ਮੈਂ ਗੱਲ ਕਰੂੰ, ਮੈਂ ਕਵਿਤਾ ਦੇ ਹਵਾਲੇ ਨਾਲ ਗੱਲ, ਹਾਂ ਜਿਵੇਂ ਮੈਨੂੰ ਪਿਛਲੇ ਦਿਨਾਂ 'ਚ ਮੈਂ ਅਮਤੋਜ ਦੀ ਕਵਿਤਾ ਪੜ੍ਹ ਰਿਹਾ ਸੀ, ਉਹਨੇ 17 ਲਿਖੀਆਂ ਨੇ, ਉਹਦੇ ਵਿੱਚ ਲਿਖਿਆ ਮੈਨੂੰ ਤਾਂ ਚੰਗਾ ਲੱਗਦਾ ਇਹ ਚੀਜ਼ਾਂ ਦੇ ਹੋਰ ਨਾਂ ਰੱਖਣੇ, ਵਾਹ ਵਾਹ, ਤੇ ਫਿਰ ਨਾਵਾਂ ਦੇ ਪੁਨਾਹ ਪਾਉਣੇ। ਮੈਨੂੰ ਤਾਂ ਚੰਗਾ ਲੱਗਦਾ ਇਹ ਚੀਜ਼ਾਂ ਦੇ ਹੋਰ ਨਾਂ ਰੱਖਣੇ, ਫਿਰ ਨਾਵਾਂ ਦੇ ਪੁਨਾਹ ਪਾਉਣੇ। ਜੇ ਤੂੰ ਗੁਲਦਸਤੇ ਨੂੰ ਗੁਲਦਸਤਾ ਹੀ ਕਹਿਣਾ ਤਾਂ ਤੂੰ ਗਈ ਜਾ, ਆਹਾ, ਜੇ ਤੈਨੂੰ ਬਹੁਤਾ ਹੀ ਬੁਰਾ ਲੱਗਦਾ ਤਾਂ ਤੂੰ ਗਈ ਜਾ। ਮੈਨੂੰ ਤਾਂ ਚੰਗਾ ਲੱਗਦਾ ਦੋਸਤਾਂ ਦੀਆਂ ਜੇਬਾਂ ਚੋਂ ਵਿਜ਼ਿਟਿੰਗ ਕਾਰਡ ਚੁਰਾਉਣੇ ਤੇ ਉਹਨਾਂ ਦੀ ਪਿਛਾੜੀ ਲਿਖ ਦੇਣਾ, ਮੈਂ ਘਰ ਨਹੀਂ। ਆਹਾ, ਮੈਨੂੰ ਤਾਂ ਚੰਗਾ ਲੱਗਦਾ ਦੋਸਤਾਂ ਦੀਆਂ ਜੇਬਾਂ ਚੋਂ ਵਿਜ਼ਿਟਿੰਗ ਕਾਰਡ ਚੁਰਾਉਣੇ ਤੇ ਉਹਨਾਂ ਦੇ ਪਿਛਾੜੀ ਲਿਖ ਦੇਣਾ, ਮੈਂ ਘਰ ਨਹੀਂ। ਜੇ ਤੂੰ ਦਹਲੀਜ਼ ਤੇ ਦੀਵਾ ਬਣੀ ਬੈਠੀ ਰਹਿਣਾ ਤਾਂ ਤੂੰ ਗਈ। ਮੈਨੂੰ ਲੱਗਦਾ ਕਿ ਕਵੀ ਨੂੰ ਲੱਗਦਾ ਕਿ ਗੁਲਦਸਤੇ ਨੂੰ ਗੁਲਦਸਤਾ, ਤਾਂ ਉਹਨੂੰ ਦੱਸਤਾ ਬੱਚੇ ਨੂੰ ਕਿ ਗੁਲਦਸਤਾ ਹੈ, ਉਹ ਕਹਿਣ ਲੱਗ ਗਿਆ। ਕਵੀ ਨੂੰ ਲੱਗਦਾ ਵੀ ਗੁਲਦਸਤਾ ਨਹੀਂ, ਇਹ ਵੀ ਹੋਰ ਚੀਜ਼ ਹੈ, ਉਹਨੂੰ ਇਦਾਂ ਲੱਗਦੀ ਹੈ। ਮੈਨੂੰ ਲੱਗਦਾ ਕਿ ਜਦੋਂ ਹਿਸਟਰੀ ਕਹਿੰਦੀ ਹੈ ਕਿ ਬਾਬਰ ਨੇ ਹਮਲਾ ਕੀਤਾ ਇੰਡੀਆ ਤੇ ਉਹਨੇ ਬਹੁਤ ਜ਼ੁਲਮ ਕੀਤੇ, ਇਹ ਆਮ ਬੰਦੇ ਦੀ ਭਾਸ਼ਾ ਉਹਨੂੰ ਸਮਝ ਆ ਗਈ। ਬਾਬਾ ਨਾਨਕ ਨੂੰ ਆਖੀ ਜਾਂਦਾ ਕਿ ਪਾਪ ਦੀ ਜੰਜਲੇ ਕਾਬਲੋਂ ਧਾਇਆ, ਉਹ ਚੋਂ ਬਾਬਰ ਦਾ ਨਾਂ ਨਹੀਂ ਲੈਂਦਾ। ਸਾਨੂੰ ਸਮਝ ਲੱਗੇ ਨਹੀਂ ਕਿ ਕੀ ਕਹਿੰਦਾ ਇਹ। ਉਹਨੇ ਉਹਦਾ ਦ੍ਰਿਸ਼ ਨੂੰ ਸਾਡੇ ਸਾਹਮਣੇ, ਮੇਰੇ ਕੋਲ ਵਿਆਹ ਦਾ ਦ੍ਰਿਸ਼ ਹੈਗਾ ਕਿ ਵਿਆਹ ਕਿੱਦਾਂ ਹੁੰਦਾ, ਜਰਨ ਕਿੱਦਾਂ ਹੁੰਦੀ ਹੈ। ਬਾਬੇ ਨੇ ਮੈਨੂੰ ਉਹ ਸਮੇਂ ਦਾ ਦ੍ਰਿਸ਼ ਦੱਸਤਾ ਕਿ ਉਦੋਂ ਬਾਬਰ ਦੀ ਇਹਨੇ ਫੌਜਾਂ ਆਈਆਂ, ਕਿਵੇਂ ਆਈਆਂ, ਉਹਨਾਂ ਨੇ ਕੀ ਕੁਛ ਕੀਤਾ, ਜੋਰੀ ਮੰਗਿਆ ਦਾਨ ਦੇ ਲਾ ਲਓ, ਉਹਨੇ ਦਾਨ ਵਾਲੀ ਗੱਲ ਪਲਟਾਤੀ। ਮੈਨੂੰ ਲੱਗਦਾ ਕਿ ਕਵਿਤਾ ਦੀ ਭਾਸ਼ਾ ਏਦਾਂ ਦੀ ਭਾਸ਼ਾ ਹੁੰਦੀ ਹੈ ਕਵਿਤਾ ਦੀ। ਸਹੀ ਕਹਿੰਦਾ ਸ਼ਿਵਜੀਤ। ਨਹੀਂ, ਇੱਕ ਤਾਂ ਮੈਂ ਪਹਿਲਾਂ ਐਡ ਇਹ ਕਰੂੰਗਾ ਕਿ ਜਿਹੜੇ ਪ੍ਰਸੰਗ ਤੋਂ ਗੱਲ ਚੱਲੀ ਜੀ। ਮਨਜਿੰਦਰ ਵਾਲਾ, ਇੱਕ ਤਾਂ ਇਦਾਂ ਨਾ ਲੱਗੇ ਕਿ ਉਹਦੇ ਬਾਰੇ ਨਹੀਂ, ਉਹ ਮੈਂ ਤਾਂ ਵੈਸੇ ਸਾਡੀ ਜਨਰਲ ਹੈ, ਉਹ ਤਾਂ ਕੋਈ ਬਹੁਤ ਛੋਟਾ ਨਾ ਨਾ, ਪਰ ਇੱਥੋਂ ਜਿਹੜਾ ਇੱਕ ਸਵਾਲ ਬਣਦਾ, ਜਿੱਥੋਂ ਮੈਨੂੰ ਲੱਗਦਾ ਭਾਸ਼ਾ ਤੋਂ ਪਹਿਲਾਂ ਇੱਕ ਸਾਡੇ ਕੋਲ ਸਟਰਕਚਰ ਹੈ ਨਾ, ਭਾਸ਼ਾ ਸਾਡੇ ਕੋਲ ਸਾਡੇ ਕੋਲ ਸਾਡਾ ਸਮਾਜ ਹੈ, ਇੱਕ ਸਾਡੇ ਕੋਲ ਸਾਡਾ ਸਾਹਿਤਕ ਸਮਾਜ। ਜੇ ਇੱਥੇ ਦੇ ਪ੍ਰੋਟੋਕੋਲ ਇਹੀ ਡਰ, ਇਹੀ ਤਿਗੜਨਬਾਜ਼ੀ ਜੋ ਅਸੀਂ ਸਾਹਿਤ ਦੇ ਦ੍ਰਿਸ਼ 'ਚ ਲੈ ਕੇ ਆਵਾਂਗੇ ਤਾਂ ਕਵੀ ਇਵੇਂ ਹੀ ਰਿਐਕਟ ਕਰੇਗਾ, ਕਿਉਂਕਿ ਸਾਡੇ ਕਵੀ ਨੂੰ ਟੋਕਿਆ ਨਹੀਂ ਗਿਆ। ਸਾਡੇ ਕਵੀ ਨੂੰ ਜਿੰਨੀ ਕੁ ਸਮਰੱਥਾ, ਮੈਂ ਨਹੀਂ ਕਹਿੰਦਾ ਕਿ ਅੱਜ ਮੈਂ ਟੋਕਾਂ ਤੋਂ ਸਹੀ ਕਰਦਾ, ਜਿੰਨੀ ਕੁ ਮੇਰੀ ਸਮਰੱਥਾ, ਸਾਡੇ ਕਵੀ ਨੂੰ ਲੱਗਦਾ ਕਿ ਉਹਨੂੰ ਸ਼ੱਕ ਨਹੀਂ ਆਉਂਦਾ, ਉਹਨੂੰ ਲੱਗਦਾ ਕਿ ਉਹ ਜੋ ਵੀ ਲਿਖ ਰਿਹਾ ਨਾ ਉਹ ਸ਼ਾਹਕਾਰ ਲਿਖ ਰਿਹਾ। ਐਵਰੀ ਸਿੰਗਲ ਵਰਡ ਜਿਹੜਾ ਮੈਂ ਲਿਖਦਾ ਨਾ ਇਹਨੂੰ ਕੋਈ ਕੱਟ ਨਹੀਂ ਸਕਦਾ, ਤੇ ਉਹ ਇੰਨੀ ਛੋਟੀ ਗੱਲ ਹੈ ਉਹ ਆਪ ਵੀ ਨਹੀਂ ਕੱਟ ਸਕਦਾ। ਸੋ ਜਿਹੜੀ ਇਹ ਨਾ ਸੁਣਨ ਦੀ ਪਰੰਪਰਾ ਹੀ ਕਹੂੰਗਾ, ਹੁਣ ਤਾਂ ਮੈਨੂੰ ਤਾਂ ਪਰੰਪਰਾ ਹੀ ਬਣ ਚੁੱਕੀ ਹੈ। ਜਿਹੜੀ ਪੰਜਾਬੀ ਕਵੀ ਵਾਰ-ਵਾਰ ਮੈਂ ਤਾਂ ਕਹਿ ਰਿਹਾ, ਕਹਾਣੀ ਮੇਰੀ ਫੇਵਰਟ ਨਾਵਲ ਦਾ ਮੈਨੂੰ ਪਾਠਕ ਹੈ, ਉਹ ਸਾਨੂੰ ਦ੍ਰਿਸ਼ ਨੇ ਇੰਨਾ ਛੋਟਾ ਕਰ ਦਿੱਤਾ ਕਿ ਅਸੀਂ ਸੁਣਨ ਨੂੰ ਤਿਆਰ ਨਹੀਂ, ਅਸੀਂ ਪੜ੍ਹਨ ਨੂੰ ਤਿਆਰ ਨਹੀਂ। ਜੇ ਤਨਵੀਰ ਮੇਰੀ ਕਵਿਤਾ ਨੂੰ ਬੈਠ ਕੇ ਇੱਥੇ ਰੱਦ ਕਰਦਾ, ਸਾਡੇ 'ਚ ਬਹੁਤ ਹੁੰਦਾ ਵਿਸ਼ੇ ਵੀ ਮੈਂ ਆਪਣੇ ਇਸ ਮੈਗਜ਼ੀਨ ਦਾ ਮੈਂ ਐਡੀਟਰ ਹੈ, ਕੇਵਲ 4 ਵਾਰ ਮੈਂ ਰੱਦ ਬਣਾਈ, ਮੇਰਾ 4 ਵਾਰ ਰੱਦ ਕਰਦਾ ਨਹੀਂ ਯਾਰ ਗੱਲ ਨਹੀਂ। ਜੇ ਅਸੀਂ ਸੰਵਾਦ ਕਰਾਂਗੇ, ਹੁਣ ਜਿਹੜੀ ਗੱਲ ਹੈ ਕਿ ਜਿਸ ਤਰ੍ਹਾਂ ਦੀ ਪੋਇਟਰੀ ਤੇ ਮੈਂ ਭਾਸ਼ਾ ਤੇ ਆ ਰਿਹਾ, ਜਿਸ ਤਰ੍ਹਾਂ ਦੀ ਪੋਇਟਰੀ ਤੇ ਅਸੀਂ ਕੰਮ ਕਰ ਰਹੇ ਹਾਂ, ਸਾਡਾ ਕਵੀ ਸੰਵਾਦ ਕਰਨ ਲਈ ਤਿਆਰ ਨਹੀਂ ਹੈ। ਤੇ ਜਿਹੜੀ ਕਵਿਤਾ ਦੇ ਵਿੱਚ ਲਿਰਿਕਸ ਨਹੀਂ ਹੈਗੇ, ਜਿਹੜੀ ਕਵਿਤਾ 'ਚ ਰਿਦਮ, ਮੈਂ ਨਹੀਂ ਕਹਿੰਦਾ ਕਿ ਲਿਰਿਕ ਤੇ ਰਿਦਮ ਨਹੀਂ ਹੈ, ਇਹਦਾ ਇੱਕ ਆਪਣਾ ਉਹ ਇੱਕ ਸੰਵਾਦ ਦੀ ਕਵਿਤਾ, ਇੱਕ ਜਿਹੜੀ ਤੁਹਾਨੂੰ ਤੁਹਾਡੀ ਚਿੰਤਾ ਨਾਲ ਜੁੜ ਕੇ ਆਪਣਾ
ਕਵੀ ਆਪਣੇ ਐਕਸਪੀਰੀਅੰਸ ਕਿਉਂ ਉਹਨੂੰ ਕਾਗਜ਼ ਤੇ ਰੱਖਦਾ, ਅਸੀਂ ਆਪਣੀਆਂ ਅੱਖਾਂ ਤੋਂ ਫਿਰ ਵਿਚਾਰ ਸਮਝਾ ਕੇ ਉਹ ਜਿਹੜਾ ਸੀਨ ਹੈ ਸਾਰਾ ਟ੍ਰਾਂਸੈਂਡ ਕਰਕੇ ਇੱਕ ਦ੍ਰਿਸ਼ ਬਣਦਾ। ਹੁਣ ਜਦ ਸਾਡਾ ਕਵੀ ਇੰਨਾ ਛੋਟਾ ਹੈ ਕਿ ਉਹ ਕਵਿਤਾ ਦੇ ਉੱਪਰ ਨਹੀਂ ਸੋਚ ਸਕਦਾ, ਤਾਂ ਇਸ ਕਵਿਤਾ ਤੇ ਚਰਚਾ ਕਿਵੇਂ ਕਰੇ? ਸੋ ਜਿਹੜਾ ਭਾਸ਼ਾ ਦੀ ਗੱਲ ਹੈ, ਜਿਵੇਂ ਤਨਵੀਰ ਨੇ ਕਿਹਾ ਜੇ ਤੂੰ ਗੁਲਦਸਤੇ ਨੂੰ ਗੁਲਦਸਤਾ ਹੀ ਕਹਿਣਾ ਹੈ ਨਾ, ਕਿਤੇ ਜਾ ਜੇ ਮੈਂ ਗੁਲਦਸਤੇ ਨੂੰ ਗੁਲਦਸਤਾ ਹੀ ਕਹਿਣਾ, ਆਮ ਨਾਟ ਪੋਇਟਰੀ। ਜੇ ਮੈਂ ਉਹ ਕਰਨਾ ਹੈਗਾ ਆ ਕਿ ਜਿਹੜੀ ਕਵਿਤਾ ਹੈ, ਜੇ ਮੈਂ ਕਾਵਿਕ ਭਾਸ਼ਾ 'ਚ ਕਹਾਂ, ਜਿਹੜੀ ਕਵਿਤਾ ਹੈ ਨਾ, ਇਹ ਭਾਸ਼ਾ ਦਾ ਦਿਲ ਹੁੰਦੀ ਹੈ। ਇਹਨੇ ਨਾ ਭਾਸ਼ਾ ਨਾਲ ਪ੍ਰਯੋਗ ਕਰਨਾ। ਜਿੰਨਾ ਕੋਈ ਖੂਬਸੂਰਤ ਲੇਖਕ ਇਸ ਭਾਸ਼ਾ ਨੂੰ ਪ੍ਰਯੋਗ ਕਰੇਗਾ, ਉਨੀ ਉਹ ਭਾਸ਼ਾ ਥੋੜੀ ਥੋੜੀ ਸਮ੍ਰਿੱਧ ਹੁੰਦੀ ਜਾਏਗੀ। ਕਵਿਤਾ ਨੇ ਇਸ ਤਰ੍ਹਾਂ ਕੁਛ ਨਹੀਂ ਕਰਨਾ, ਕਵਿਤਾ ਪਰ ਸਾਡਾ ਉਹ ਦ੍ਰਿਸ਼, ਸਾਡੀ ਉਹ ਭਾਸ਼ਾ, ਸਾਡੀ ਉਹ ਸੈਂਸਿਟੀਵਿਟੀ ਬਹੁਤ ਛੋਟੀ ਜਾਂ ਛੋਟੀ ਬਣਾਈ। ਸੋ ਉਸ ਭਾਸ਼ਾ ਨੂੰ ਸਮਝਣ ਲਈ ਜਾਂ ਇਸ ਕਵਿਤਾ ਦੇ ਅਸੀਂ ਕਿਉਂ ਕੰਮ ਸਮਝਣ ਲਈ ਸਾਨੂੰ ਦ੍ਰਿਸ਼ ਸਮਝਣਾ। ਅੱਜ ਵੀ ਤੁਹਾਡੇ ਕੋਲ ਬੰਦੇ ਨੇ ਖੁੱਲੀ ਕਵਿਤਾ ਨੂੰ ਵਾਰ ਕਹਿ ਕੇ ਵੀ ਰੱਦ ਕਰ ਦਿੰਦੇ ਨੇ। ਅਸੀਂ ਉਹ ਇਹਦੇ ਵਿੱਚ ਸਾਡੀ ਨਲਾਇਕੀ ਹੈ ਕਿ ਇਹਦੇ ਵਿੱਚ ਅਸੀਂ ਉਹ ਗੱਲਾਂ ਕਰ ਰਹੇ ਹਾਂ ਜਿਹੜੀਆਂ ਵਿਸ਼ਵ ਲੈਵਲ ਦੇ ਉੱਪਰ ਕੌਣ 100-200 ਜਾਂ 150 ਸਾਲ ਪਹਿਲਾਂ ਰਿੰਬੋ ਕਦੋਂ ਲਿਖਦਾ ਕਰਦਾ। ਦੂਜੀ ਗੱਲ ਇਹਦੇ ਵਿੱਚ ਸਾਡਾ ਜਿਹੜਾ ਕੌਕਲਾ ਇਹ ਹੈ ਕਿ ਜੇ ਇਹ ਕਵਿਤਾ ਨੂੰ ਹੱਲੇ ਆਪਾਂ ਉਸ ਤਰ੍ਹਾਂ ਦੇਖ ਰਹੇ, ਇਹਦੇ ਹਵਾਲੇ ਵੀ ਗੱਲ ਕਰਦੇ ਮੇਰੀ ਗੱਲ ਸੁਣੀ ਹੋਈ, ਤਾਂ ਵਿਸ਼ਵ ਕਵਿਤਾ ਤਾਂ ਹੁਣ ਗਦ ਪੋਇਟਰੀ ਤੋਂ ਗਾਂ ਵੀ ਜਾ ਚੁੱਕੀ। ਉਹਦੇ 4-4 ਸਫ਼ੇ ਦੀਆਂ ਮਤਲਬ ਵਾਰਤਕ ਦੇ ਵਾਂਗ। ਸੋ ਭਾਸ਼ਾ ਦੇ ਨਾਲ ਉਹ ਕਿਹੜਾ ਪ੍ਰਯੋਗ ਹੈ ਜਿਹੜਾ ਉਹਨੂੰ ਕਵਿਤਾ ਬਣਾ ਦਿੰਦਾ, ਚਾਹੇ ਉਹ ਛੋਟੀ ਸਤਰ ਚ ਹੋਵੇ, ਚਾਹੇ ਉਹ ਗਦ ਚ ਹੋਵੇ। ਮਤਲਬ ਉੱਧਰ ਵਧਣ ਦੇ ਆਈਡੀਆ ਦੇ ਨਾਲ ਅਸੀਂ ਮੈਂ ਅਗਲੇ ਸਵਾਲ ਤੇ ਆਉਣ ਤੋਂ ਪਹਿਲਾਂ ਤਨਵੀਰ ਮੈਨੂੰ ਉਹ ਦੇਣਾ ਜਿਹਦੇ ਤੇ ਇੱਕ ਐਡ ਹੈ ਜਿਹਦੇ ਇੱਕ ਗੱਲ ਮੈਂ ਕਰ ਦਿੰਦਾ। ਇਟਸ ਵੈਰੀ ਇੰਟਰਸਟਿੰਗ, ਤੁਸੀਂ ਐਕਸਪਲੇਨ ਕਰ ਦਿਓ ਕਿ ਤਨਵੀਰ ਐਕਸਪਲੇਨ ਕਰ ਦੇਗਾ ਕਿ ਕਿਵੇਂ ਪ੍ਰਯੋਗ ਕਿਵੇਂ ਹੋ ਰਿਹਾ, ਪੋਇਟਰੀ ਕਿਵੇਂ ਹੋ ਜਾਂਦਾ ਹੈ। ਕਵੀ ਭਾਸ਼ਾ ਦੇ ਨਾਲ ਕੀ ਕਰਦਾ, ਮਤਲਬ ਇਹ ਟਾਈਟਲ ਦੈਟਸ ਅ ਪਰਫੈਕਟ ਦਿਖਾ ਕੇ ਤਨਵੀਰ ਕਰ ਦੇਗਾ। ਇਹ ਟਾਈਟਲ ਹੈ ਜੀ ਅਮਰੀਕਾ 'ਚ ਇਹ ਕੋਕੇਨ ਬਾਰੇ ਉਹਨਾਂ ਦਾ ਕੋਈ ਐਡ ਲੱਗੀ ਸੀ ਸਰਕਾਰ ਦੀ, ਅਮਰੀਕਾ ਸਰਕਾਰ ਦੀ, ਕਿ ਉਹ ਤਾਂ ਲੋਕ ਪੀਣ ਲੱਗੇ ਹੋਣੇ, ਵੱਧ ਪੀਣ ਲੱਗੇ ਹੋਣੇ। ਉਹਨਾਂ ਨੇ ਐਡ ਲਾਈ, ਚਿੱਲੀ ਦੇ ਪੋਇਟ ਨੇ ਐਡ ਦੇਖੀ, ਐਡ ਦੇ ਉੱਤੇ ਲਿਖਿਆ ਕੋਕੇਨ ਕੈਨ ਮੇਕ ਯੂ ਬਲਾਈਂਡ। ਉਹ ਕਵੀ ਨੇ ਸਿਰਫ ਇੱਕੋ ਹੀ ਗੱਲ ਕੀਤੀ, ਕੋਕੇਨ ਦੀ ਥਾਂ ਤੇ ਲਿਖਤਾ ਪੋਇਟਰੀ ਕੈਨ ਮੇਕ ਯੂ ਬਲਾਈਂਡ। ਅੱਗੇ ਦੀਆਂ 17 ਨੇ ਉਹਦਾ ਆਰਟੀਕਲ ਆ ਜਿਹੜਾ ਉਹਦਾ ਐਡ ਦਾ, ਉਹਦੇ ਵਿੱਚ ਉਹ ਬਸ ਪੋਇਟਰੀ ਲਿਖੀ ਜਾਂਦਾ ਜਿੱਥੇ ਕੋਕੇਨ ਲਿਖਿਆ, ਜਿੱਥੇ ਕੋਕੇਨ ਲਿਖਿਆ ਉੱਥੇ ਪੋਇਟਰੀ। ਹੁਣ ਸਾਰਾ ਦ੍ਰਿਸ਼ ਕਰੋ। ਦੋ ਤਿੰਨ ਲਾਈਨਾਂ ਦੱਸ ਦਿਓ। ਉਹ ਕਹਿੰਦਾ ਕੋਕੇਨ ਫੂਲਸ ਯੂਰ ਬ੍ਰੇਨ, ਪੋਇਟਰੀ ਫੂਲਸ ਯੂਰ ਬ੍ਰੇਨ। ਕਿਆ ਬਾਤ, ਉਹ ਸਾਰੀ ਪੜ੍ਹਦੇ ਯਾਰ। ਉਹ ਥੋੜਾ ਬਰੀਕ ਯਾਰ। ਅੱਛਾ, you are discovering one of the things that makes cocaine so dangerous। ਫਿਰ ਉਹ ਕਹਿੰਦਾ ਕਿ ਕਵਿਤਾ ਦੇ ਵਿੱਚ ਤੁਸੀਂ ਇਹ ਤਲਾਸ਼, ਕਵਿਤਾ ਨੂੰ ਜਦੋਂ ਤੁਸੀਂ ਡਿਸਕਵਰ ਕਰਦੇ ਹੋ ਨਾ, ਇਟ ਬਿਕਮ ਸੋ ਡੇਂਜਰਸ, ਕਿਉਂਕਿ ਉਹ ਕੋਕੇਨ ਕੱਟ ਕੇ ਉੱਤੇ ਪੋਇਟਰੀ ਲਿਖਣਾ। ਫਿਰ ਉਹ ਕਹਿੰਦਾ ਕਿ ਜਦੋਂ ਤੁਸੀਂ ਕਵਿਤਾ 'ਚ ਜ਼ਿਆਦਾ ਜਦੋਂ ਤੁਸੀਂ ਕੋਕੇਨ ਜ਼ਿਆਦਾ ਪੀ ਲੈਂਦੇ ਆ, ਤੁਹਾਨੂੰ ਹੈਲੂਸੀਨੇਸ਼ਨਸ ਹੁੰਦੀਆਂ। ਉਹ ਕਹਿੰਦਾ ਨਹੀਂ, ਉਹ ਕਰਕੇ ਪੋਇਟਰੀ ਕਰਦੇ ਨੇ। ਕਹਿੰਦੇ ਉਹ ਪੋਇਟਰੀ ਜਿਹੜੇ ਉਹ ਦ੍ਰਿਸ਼ ਜਦੋਂ ਕਵੀ ਤੇ ਜਾਂ ਪਾਠਕ ਤੇ ਹਾਵੀ ਹੁੰਦੇ ਨੇ, ਉਹਨੂੰ ਦ੍ਰਿਸ਼ ਹੋਣ ਲੱਗਦੇ ਕਿ ਉਹ ਕੋਕੇਨ ਨਹੀਂ, ਦੈਟਸ ਪੋਇਟਰੀ। ਮਤਲਬ ਦਿਸ ਇਜ਼ ਦਾ ਐਗਜ਼ਾਮਪਲ ਕਿ ਕਵੀ ਭਾਸ਼ਾ ਦੇ ਨਾਲ ਤੁਸੀਂ ਇਹਨੂੰ ਮਤਲਬ ਇੱਕਦਮ ਸੁਣ ਦੀ ਅਵਸਥਾ ਚ ਪਾਠਕ ਚਲੇ ਜਾਂਦੇ। ਇਹ ਪੇਂਟਿੰਗ ਵੀ ਹੈ, ਇਹਦੇ ਵਿੱਚ ਮਿਊਜ਼ਿਕ ਵੀ ਤੁਹਾਨੂੰ ਸੁਣਾਈ ਦੇ ਜਾਂਦਾ, ਇਹ ਚ ਡਾਂਸ ਵੀ ਹੈ, ਕਮਾਲ ਕਰਦੀ ਹੈ ਉਹਨੇ। ਸੋ ਇਹ ਸਥਾਪਤ ਤੇ ਤਨਵੀਰ ਦਾ ਸ਼ਬਦ ਹੈ ਪ੍ਰਾਪਤ ਭਾਸ਼ਾ ਜਾਂ ਸਥਾਪਤ ਭਾਸ਼ਾ, ਬੋਲ ਚਾਲ ਦੀ ਭਾਸ਼ਾ ਸਾਡੇ ਇਸ ਸਮਾਜ ਜਿੰਨਾ ਟਾਈਮ ਉਹਨੂੰ ਤੋੜ ਕੇ ਕਵੀ ਕੁਝ ਕ੍ਰੀਏਟ ਨਹੀਂ ਕਰਦਾ, ਉਹਦਾ ਵਿਚਾਰ ਕਵਿਤਾ ਦਾ ਜਿੰਨਾ ਮਰਜ਼ੀ ਇੱਛਾ ਹੋਵੇ, ਉਹਦਾ ਮਨੋਰਥ ਜਿੰਨਾ ਮਰਜ਼ੀ ਹੋਵੇ, ਅਰਥ till that time it's not beautifying your language in a ਚਿੰਤਨ ਦੇ ਲਈ ਉਹਨਾਂ ਟਾਈਮ ਮਤਲਬ ਘੱਟੋ ਘੱਟ ਮੈਂ ਮਤਲਬ ਮੇਰਾ ਨਿੱਜੀ ਵਿਚਾਰ ਹੈ ਕਿ ਮੈਨੂੰ ਉਸ ਪੰਕਤੀ ਤੇ ਤਨਵੀਰ ਸ਼ਿਵਦੀਪ ਹੋਰਾਂ ਨੇ ਕਿਹਾ ਕਿ ਪੰਜਾਬੀ ਕਵੀ ਨੂੰ ਟੋਕਿਆ ਨਹੀਂ ਗਿਆ, ਤੇ ਜਿਹੜੇ ਉਹ ਟੋਕਰੇ ਆਲੋਚਨਾ ਦੇ ਉਹ ਕੀ ਆ ਫਿਰ ਪੰਜਾਬੀ ਚ ਜਿਹੜੇ ਮੂਣਾ ਮੂਹੀ ਪੋਇਟਰੀ ਦੇ ਉੱਤੇ ਲੱਦਿਆ ਗਿਆ ਜਿਹੜਾ ਹੈ ਨਾ
ਮਤਲਬ ਤੁਹਾਨੂੰ ਕਹਾਣੀ ਬਾਰੇ ਨਹੀਂ ਲੱਭਦਾ ਕੋਈ ਵੀ, ਨਾਵਲ ਬਾਰੇ ਤਾਂ ਉੱਕਾ ਹੀ ਨਹੀਂ ਕੋਈ ਬੋਲਣ ਵਾਲਾ ਲੱਭਦਾ, ਗੱਦੇ ਬਾਰੇ ਕੋਈ ਨਹੀਂ, ਤੇ ਸ਼ਿਵਦੀਪ ਹੀ ਜਵਾਬ ਦੇਵੇ। ਨਹੀਂ, ਮੈਂ ਵੀ ਨਹੀਂ ਜਵਾਬ ਟੋਕਿਆ ਕਿਉਂ ਮੈਂ ਨਹੀਂ? ਹਵਾਲੇ ਨਾਲ ਜਵਾਬ ਦੇਣਾ। ਅੰਬਰੀਸ਼ ਨੇ 6 ਮਹੀਨੇ ਪਹਿਲਾਂ ਕਿਹਾ ਕਿ ਪੰਜਾਬੀ ਆਲੋਚਨਾ ਦੇ ਵਿੱਚ ਹਾਊ ਟੂ ਰੀਡ ਅ ਪੋਇਮ ਵਰਗੀ ਇੱਕ ਕਿਤਾਬ ਦਿਖਾ ਦੇਵੇ ਜੀ ਤੇ ਮੈਂ ਗਲਤ ਸ਼ਬਦ ਪਰਸੋਂ ਚੌਥ ਦੀ ਇੰਟਰਵਿਊ 'ਚ ਨੇ ਕਿਹਾ ਕਿ 6 ਮਹੀਨੇ 'ਚ ਮੈਨੂੰ ਕਿਸੇ ਨੇ ਗਲਤ ਸ਼ਬਦ ਨਹੀਂ ਕੀਤਾ। ਸੋ ਮੈਨੂੰ ਲੱਗਦਾ ਕਿ ਟੋਕਰੇ ਵਾਲੇ ਨੂੰ ਕਹੋ ਕਿ ਉਹਨਾਂ ਨੂੰ ਗਲਤ ਸ਼ਬਦ ਕਰ ਦਿਓ, ਸਾਨੂੰ ਸਾਡਾ ਜਵਾਬ ਮਿਲ ਜਾਊ ਤੁਹਾਨੂੰ ਤੁਹਾਡਾ। ਪੰਜਾਬੀ ਦੇ ਵਿੱਚ ਰਚਨਾ ਤੇ ਕੰਮ ਕਰਨ ਦੀ ਪਰੰਪਰਾ ਨਹੀਂ ਹੈ। ਰਚਨਾ ਮਾਰਨ ਦੀ ਪਰੰਪਰਾ ਹੈ, ਕਾਪੀ ਪੇਸਟ ਨਾ ਅਦਰਵਾਈਜ਼ ਕਿਲ ਕਰ ਦੇਣਗੇ। ਕਿਉਂਕਿ ਤੁਸੀਂ ਹਰਨਾਮ ਕੱਢ ਕੇ ਲੈ ਆਏ ਹੋ, ਕਿੱਥੋਂ ਲੈ ਆਏ ਹੋ? ਮੈਂ ਤਾਂ ਹਰਨਾਮ ਨਹੀਂ ਕਦੇ ਸੁਣਿਆ ਸੀ। ਤੁਸੀਂ ਪੂਰਨ ਸਿੰਘ ਦੇ ਉਹ ਦਰਸ਼ਨ ਕਰਾਏ, ਜਿਹੜਾ ਪੂਰਨ ਸਿੰਘ ਤਾਂ ਸਾਡੇ ਕੋਲ ਸੀ, ਅਸੀਂ ਮਿੱਟੀਆਂ 'ਚ ਨਹਾਉਂਦੇ, ਅਸੀਂ ਖੇ ਸਿਰ ਪਾਉਂਦੇ, ਅਸੀਂ ਕਿਸੇ ਦੀ ਟੈ ਨਾ ਮੰਨਦੇ। ਤੁਸੀਂ ਉਹ ਕਸ਼ਮੀਰ ਬਾਰੇ ਐਸੀ ਖੂਬਸੂਰਤ ਇੰਨੀ ਸੰਵੇਦਨਾ ਜਾਂ ਲਲੇਸ਼ਵਰੀ ਬਾਰੇ ਕਵਿਤਾ ਲੱਭ ਕੇ ਲੈ ਆਂਦੀ, ਲਿਖਦਾ ਕੀ ਰੀਜ਼ਨਿੰਗ ਸੀ? ਉਹ ਕੀ ਹੋਇਆ ਉਹ ਇਤਿਹਾਸ 'ਚ ਤਨਵੀਰ? ਮੈਨੂੰ ਵੀ ਇਹੀ ਲੱਗਿਆ ਜਿਹੜੀ ਕਾਲੀ ਗੱਲ ਕਰੀ ਜਾਂਦਾ, ਜਿਵੇਂ ਪ੍ਰਗਤੀਵਾਦ ਆਉਂਦਾ ਹੈਗਾ, ਵਿਚਾਰਧਾਰਾ ਨਾਲ ਜੁੜ ਜਾਂਦਾ ਕਿ ਉਹ ਨਾ ਉਹਦੇ ਵਿੱਚ ਅਸੀਂ ਸੁਮਿਤਰਾ ਮੋਹਨ ਕਵੀ ਹੈ ਹਿੰਦੀ ਦਾ, ਉਹਦੇ ਨਾਲ ਇੰਟਰਵਿਊ ਕਰ ਰਹੇ ਹਾਂ, ਅਗਲੇ ਅੰਗ 'ਚ ਉਹਦੀ ਇੰਟਰਵਿਊ। ਉਹ ਕਹਿੰਦਾ ਜੇ 70 'ਚ ਪ੍ਰਗਤੀਵਾਦ ਆਉਂਦਾ ਹੈਗਾ ਸਾਡੇ ਸਾਹਮਣੇ, ਸਾਡੀ ਇੱਕ ਕਹਿੰਦਾ ਉੱਥੇ ਗਰੁੱਪ ਆ ਦਿੱਲੀ ਦੇ ਵਿੱਚ, ਹਰਨਾਮ ਉਹਦੇ ਵਿੱਚ ਮਿੰਦਰ ਆ, ਸੁਮਿਤਰਾ ਉਹ ਕਹਿੰਦੇ ਅਸੀਂ ਇਕੱਠੇ ਬਹਿੰਦੇ ਆ, ਇੱਕਦਮ ਪ੍ਰਗਤੀਵਾਦ ਆਉਂਦਾ ਸਾਹਮਣੇ। ਉਹ ਕਹਿੰਦਾ ਉਹਦੇ ਸ਼ਬਦ ਨੇ ਇਹ, ਉਹ ਕਹਿੰਦਾ ਵੀ ਜਿਹੜੇ ਬੰਦੇ ਲਾਲਸਾ ਨਾਂ ਦੀ ਲਾਲਸਾ ਵਾਲੇ ਬੰਦੇ ਨੇ ਉਹ ਪ੍ਰਗਤੀਵਾਦ ਦੇ ਵਿੱਚ ਮੁੜ ਗਏ। ਜਿਹੜੇ ਦੂਜੇ ਬੰਦੇ ਸੀ ਹਰਨਾਮ ਮਰ ਗਏ, ਉਹ ਬੋਲੇ ਨਹੀਂ, ਉਹਨਾਂ ਨੂੰ ਲੱਗਿਆ ਕਿ ਸਾਡਾ ਕੰਮ ਬੋਲਣਾ ਨਹੀਂ ਹੈਗਾ। ਸਾਨੂੰ ਪਰਿਪਟਕ 'ਚ ਇਦਾਂ ਲੱਗਦਾ ਕਿ ਵੀ ਬੋਲਿਆ ਜਾਵੇ, ਸਾਨੂੰ ਇਦਾਂ ਲੱਗਦਾ ਕਿ ਅਸੀਂ ਆਪਦੀ ਗੱਲ, ਸਾਡੀ ਪੀੜ੍ਹੀ ਹੁਣ ਗੱਲ ਰੱਖੇ ਸਰ। ਇਹਨੂੰ ਵੈਸੇ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ, ਪਰ ਮੈਂ ਇੱਕ ਸਿਰਫ ਕਹਿਣ ਨੂੰ ਗੱਲ, ਜਿਹੜੀ 60 ਤੋਂ 70 ਦਾ ਟਾਈਮ ਹੈ ਨਾ, ਦੈਟ ਇਜ਼ ਵੈਰੀ ਕ੍ਰੂਸ਼ਲ। ਉਹਦੇ ਵਿੱਚ ਜਿਹੜੀ ਵਿਸ਼ਵ ਦੇ ਵਿੱਚ ਇੱਕ ਵੇਵ ਉੱਠਦੀ ਹੈ ਨਾ, ਕਿਉਂਕਿ ਪੋਇਟ ਨੂੰ ਪੜ੍ਹਦਾ ਜਾਣਦਾ, ਹੰਗਰ ਜਨਰੇਸ਼ਨ ਆਉਂਦੀ ਹੈ, ਐਲਨ ਗਿੰਜ਼ਬਰਗ ਆਪਣਾ ਲੈ ਕੇ ਆ ਜਾਂਦਾ ਬੀਟ ਪੋਇਟਰੀ। ਜਿਹੜੀ ਇਹ ਪੀੜ੍ਹੀ ਸੀ ਨਾ, ਜਿਹੜੀ 50 ਤੋਂ ਬਾਅਦ ਤੇ 70-75 ਤੋਂ ਪਹਿਲਾਂ, ਇਹ ਉੱਥੋਂ ਬਹੁਤ ਪ੍ਰਭਾਵਿਤ ਸੀ। ਇਹ ਨਹੀਂ ਮਿੱਥ ਕੇ, ਜਿਸ ਮੈਨੂੰ ਨਹੀਂ ਪਤਾ ਕਿ ਸਾਨੂੰ ਕਿੰਨਿਆਂ ਨੂੰ ਪਤਾ, ਹਰਨਾਮ ਨੇ ਸਭ ਤੋਂ ਪਹਿਲਾਂ ਗੀਤਾਂ ਦੀ ਕਿਤਾਬ ਕੀਤੀ ਸੀ ਜੀ, ਉਹ ਪ੍ਰਿੰਟ ਵੀ ਹੋ ਗਈ ਤੇ ਉਹਨੇ ਉਹ ਰੱਦ ਕਰ ਦਿੱਤੀ। ਉਸ ਤੋਂ ਬਾਅਦ ਕੀ ਹੋਇਆ ਕਿ ਉਹ ਇਨੀ ਸੁਮਿਤਰਾ ਮੋਹਨ ਨਾਲ ਵੀ ਹੁਣ ਸਾਡੀ ਗੱਲਬਾਤ ਹੁੰਦੀ, ਜੀ ਦਾ 98 ਸਾਲ ਦਾ, ਪਰ ਹੀ ਇਜ਼ ਵੈਰੀ ਐਕਟਿਵ ਟਿਲ ਦਾ ਟਾਈਮ। ਇਹ ਉਹ ਜਿਹੜੀ ਪੋਇਟਰੀ ਚਿੰਤਨ ਨਾਲ ਜੁੜੀ ਹੋਈ ਸੀ, ਜਿਹਦੇ ਵਿੱਚ ਉਹ ਨਾ ਤਾਂ ਵਿਚਾਰ ਦੇ ਪਿੱਛੇ ਬਹੁਤ ਭੱਜ ਰਹੇ ਸੀ, ਨਾ ਉਹਨਾਂ ਦਾ ਕੋਈ ਏਜੰਡਾ ਸੀ, ਨਾ ਉਹਨੇ ਕੋਈ ਨਾਰਾ ਮਾਰਨਾ ਸੀ। ਜਿਹਦੇ ਵਿੱਚ ਹਰਨਾਮ ਸਾਡੇ ਕੋਲ, ਮੇਰਾ ਉਹ ਹੈ ਕਿ ਹਰਨਾਮ ਸਾਡੇ ਕੋਲ ਇੱਕ ਇੱਦਾਂ ਦਾ ਬੰਦਾ ਹੈ, ਜੇ ਉਹ ਇੰਗਲਿਸ਼ 'ਚ ਕੀਤਾ ਜਾਵੇ ਉਹ ਮਤਲਬ ਨੀਤਸ਼ੇ ਉਹ ਉਹਨਾਂ ਨੂੰ ਟੱਕਰ ਦੇਣ ਦਾ ਬੰਦਾ ਹੈ, ਕਿਉਂਕਿ ਜਿਹੜਾ ਉਹ ਮਹਾਮਾਨਵ ਦੀ ਗੱਲ ਕਰਦਾ ਨਾ, ਯੈਸ, ਜ਼ਰਾਥੋਸਟਰਾ ਦੀ, ਇਹ ਉਹਨੂੰ ਕਰੈਕਟਰ ਲੈ ਕੇ ਹਰਨਾਮ ਪੋਇਟਰੀ ਲਿਖਦਾ। ਸੋ ਉਹ ਜਦੋਂ ਇੱਕ ਲਹਿਰ ਬਲਾਸਟ ਕਰ ਜਾਂਦੀ ਹੈ, ਜਾਂ ਬਲਾਸਟ ਨਹੀਂ ਕਹਾਂਗੇ, ਜਦੋਂ ਖੁੱਲ੍ਹ ਕੇ ਸਾਹਮਣੇ ਆ ਜਾਂਦੀ, ਇਟ ਵਾਜ਼ ਉਹਦਾ ਔਰਾ ਬਹੁਤ ਵੱਡਾ ਸੀ। ਆਪਣੇ ਏਜੰਡੇ ਨੂੰ ਆਪਾਂ ਉਹਨੂੰ ਟੱਚ ਨਹੀਂ ਕਰਦੇ, ਵੀ ਹੈਵ ਨਥਿੰਗ ਟੂ ਡੂ ਵਿਦ ਦੈਟ, ਸਿਰਫ ਪੋਇਟਰੀ। ਸੋ ਜਿਹੜੀ ਉਹ ਬੰਦੇ ਉਹ ਦਬ ਜਾਂਦੇ। ਇੱਕ ਵੀ ਆਲੋਚਨਾ ਨਹੀਂ ਹੁੰਦੀ ਉੱਤੇ। ਕਿਉਂ ਨਹੀਂ ਹੁੰਦੀ ਆਲੋਚਕ? ਟੋਕਰੇ ਕਿਉਂ ਨਹੀਂ ਕਰਦੇ? ਆਲੋਚਨਾ ਤਾਂ ਨਹੀਂ ਹੁੰਦੀ ਕਿਉਂਕਿ ਜਿਹੜੀ ਉਹ ਕਵਿਤਾ ਹੈ ਜਾਂ ਉਸ ਤਰ੍ਹਾਂ ਦੀ ਕਵਿਤਾ ਹੈ, ਉਹ ਇਹਨਾਂ ਦਾ ਜਿਹੜਾ ਬਾਹਰੀ ਮਨੋਰਥ ਹੈ ਨਾ ਜੀ, ਉਹਨੂੰ ਨਹੀਂ ਫੁੱਲਫਿਲ ਕਰਦਾ। ਉਹ ਪ੍ਰਗਤੀ ਫਿਰ ਉਸ ਦੌਰੇ ਦੇ ਵਿੱਚ ਹੀ ਹਾਂ, ਕਿਸੇ particular ਦਾ ਨਾਂ ਨਹੀਂ ਯੈਸ ਪਾਰਟਿਕੂਲਰ ਦਾ ਨਾਂ ਨਹੀਂ। ਅਸੀਂ ਅਮਤੋਜ਼ ਹੁਣੇ ਤਨਵੀਰ ਹੋਰੀ ਅਮਤੋਜ਼ ਦੀ ਕਵਿਤਾ ਤੋਂ ਸ਼ੁਰੂਆਤ ਆਪਣੀ ਕੀਤੀ ਯਾਰ। ਅਮਤੋਜ਼ ਅਸੀਂ ਕਦੇ ਇਹਨਾਂ ਦੇ ਵਿੱਚ ਡਿਸਕਸ ਹੁੰਦਾ ਹੀ ਨਹੀਂ ਸੁਣਦੇ, ਪਰ ਮੇਰਾ ਮਨ ਹੈ ਆਪਾਂ ਥੋੜਾ ਜਿਹਾ ਜੇ ਲਲੇਸ਼ਵਰੀ ਵਾਲੀ ਕਵਿਤਾ ਤੁਹਾਡੇ ਦੋਵਾਂ ਵਿੱਚੋਂ ਕੋਈ ਇੱਕ ਜਣਾ ਸੁਣਾ ਦੇਵੇ ਸਾਨੂੰ, ਕਿਉਂਕਿ ਰਸਾਈਟ ਮੈਂ ਕਰ ਦਿੰਦਾ, ਉਹਦਾ ਪ੍ਰਸੰਗ ਤੁਸੀਂ ਦੱਸ ਦਿਓ ਕਿ ਪੂਰਨ ਸਿੰਘ ਨੂੰ ਆਪਾਂ ਸਤਿਕਾਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ 100 ਸਾਲ ਬਾਅਦ 1920 ਦੇ ਵਿੱਚ ਦੀਆਂ ਲੱਗਦੇ ਸ਼ਾਕੀ ਦੀਆਂ ਕਵਿਤਾਵਾਂ ਨੇ ਜਿਹੜੀਆਂ ਉਹਨੇ ਲਿਖੀਆਂ, ਤੇ ਉਹ ਐਡਾ ਵੱਡਾ ਬੰਦਾ, ਜਿਹੜੀ ਐਵਰੀ ਮੈਨਸ ਲਾਇਬ੍ਰੇਰੀ ਦਾ ਜਿਹੜਾ ਡਾਇਰੈਕਟਰ ਹੈ ਇਸ ਵੇਲੇ, ਐਵਰੀ ਮੈਨਸ ਲਾਇਬ੍ਰੇਰੀ ਦੁਨੀਆ ਦੀ ਵਨ ਆਫ ਦਾ ਫਾਈਨ ਆਰਗੇਨਾਈਜੇਸ਼ਨ, ਬਿਲਕੁਲ ਠੀਕ ਹੈ, ਉਹਦਾ ਜਿਹੜਾ ਫਾਊਂਡਰ ਮੈਂਬਰ ਆ, ਉਹ ਸਾਡੇ ਪੂਰਨ ਸਿੰਘ ਨੂੰ ਨਾਲ ਲੈ ਕੇ ਪ੍ਰੋਜੈਕਟ ਕਰ ਰਿਹਾ, ਉਹਦੀਆਂ ਕਿਤਾਬਾਂ ਦੇ ਪ੍ਰੀਫੇਸ ਲਿਖ ਰਿਹਾ, ਤੇ ਇਹ ਬੰਦਾ ਉਹ ਕਵਿਤਾਵਾਂ ਲਿਖ ਰਿਹਾ। ਤੁਸੀਂ ਇਹਦਾ ਨੇਚਰ ਦੇਖੋ ਕਵਿਤਾਵਾਂ ਦਾ, ਤੁਹਾਨੂੰ ਲੱਗੇਗਾ ਡਿਫਰੈਂਟ ਪੂਰਨ ਸਿੰਘ ਹੈ। ਯੈਸ, ਐਂਡ ਇਹ ਜਿਹੜੀਆਂ ਕਵਿਤਾਵਾਂ ਨੇ ਅੱਜ 100 ਸਾਲ ਬਾਅਦ ਵੀ ਇੰਨੀਆਂ ਰੈਲੇਵੈਂਟ ਨੇ। ਯੈਸ, ਤੇ ਸਾਡੀ, ਮੈਂ ਨਹੀਂ ਕਹਿੰਦਾ ਕਿ ਹੋ ਸਕਦਾ ਸਾਡੀ ਨਿਗਾਹ 'ਚੋਂ ਰਹਿ ਗਿਆ ਹੋਵੇ, ਕੰਮ ਵੀ ਬਹੁਤ ਹੋਇਆ, ਬਟ ਅਸੀਂ ਉਹ ਕੋਸ਼ਿਸ਼ ਕੀਤੀ ਜਿਹੜੀ ਕਵਿਤਾ ਪੰਜਾਬੀ 'ਚ ਉਹਨਾਂ ਦੀ ਨਹੀਂ ਮਿਲਦੀ ਉਹ ਕਰੀ।
ਇਹਨੇ ਨਾਵਲ ਲਿਖਿਆ, ਉਹ ਨਹੀਂ ਸਾਡੇ ਕੋਲ, ਇਹਨੇ ਨਾਟਕ ਲਿਖਿਆ, ਵੀ ਹੈਵ ਨੋ ਆਈਡੀਆ। ਯੈਸ ਯੈਸ ਲੈ ਇਹ ਪੂਰਨ ਸਿੰਘ ਬਾਰੇ ਸੀ ਇਹ ਤੇ ਅੰਕ 'ਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਥੋੜੀ ਤਿੱਖੀ ਗੱਲ ਆ, ਹੋ ਸਕਦਾ ਕਿਸੇ ਨੂੰ ਲੱਗੇ ਵੀ ਕੋਈ ਨਹੀਂ, ਕਿ ਨਿੱਜੀ ਪੂਰਨ ਵਿਚਾਰ। ਸਿੰਘ ਨੂੰ ਸਿੱਖਾਂ ਨੇ ਵੀ ਸਿੱਖਾਂ ਦਾ ਕਵੀ ਬਣ ਕੇ ਰਹਿ ਗਿਆ ਉਹ, ਤੇ ਪ੍ਰਗਤੀਵਾਦੀ ਤੇ ਜਿਹੜੀ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਕਵੀ ਨਹੀਂ ਹੈਗਾ। ਨਹੀਂ ਹੈਗਾ। ਪੂਰਨ ਸਿੰਘ ਦੀ ਕਵਿਤਾ ਰੁਲ ਗਈ, ਸਾਨੂੰ ਲੱਗਦਾ ਕਿ ਉਹਦੀ ਕਵਿਤਾ ਇੱਕ ਦੋ ਕਵਿਤਾਵਾਂ ਜਿਹਦੀ ਦੁਆਰੇ ਦੁਆਰੇ ਜਵਾਨ ਪੰਜਾਬ ਦੇ, ਪੰਜਾਬ ਜਿਉਂਦਾ ਗੁਰਾਂ ਦੇ ਨਾਮ ਬਸ ਤੇ ਕੋਈ ਲਾਈਨ ਈਵਨ ਕਿ ਅਕਾਦਮਿਕਤਾ ਦੇ ਵਿੱਚ ਲੈਫਟ ਓਰੀਐਂਟਡ Yes. ਸਾਰੀ ਆਲੋਚਨਾ ਦੀ ਸਾਡੇ ਕੋਲ, Yes. ਬਾਕੀ ਤਾਂ ਧਾਰਾ ਕੋਈ ਆਈ ਨਹੀਂ। ਪੂਰਨ ਸਿੰਘ ਦਾ ਡਿਸਕਸ਼ਨ ਕਿਤੇ ਨਹੀਂ ਸਾਡੇ ਖਾਸ ਕੋਲ ਨਹੀਂ ਹੈ। ਆਲੋਚਨਾ ਦਾ ਇੱਕ ਡਿਸਕੋਰਸ ਹੈ। ਯੈਸ ਸੋ ਉਹਨੇ ਜਿੰਨਾ ਕੁ ਚਾਹੀਦਾ ਸੀ ਉਨਾ ਕੁ ਲੈ ਲਿਆ, ਲੈ ਲਿਆ। ਉਹਨਾਂ ਨੇ ਛੱਡਤਾ ਬਾਕੀ ਕਿ ਇਹਨਾਂ ਦਾ ਬੰਦਾ ਯੈਸ ਇਹ ਸਿੱਖਾਂ ਦਾ ਬੰਦਾ ਕਿ ਪੋਇਟਰੀ ਇਗਨੋਰ। ਸਿੱਖਾਂ ਨੂੰ ਸਮਝ ਨਹੀਂ ਲੱਗੀ। ਇਹੀ ਮੈਂ ਕਹਿ ਰਿਹਾ, ਸਾਡਾ ਆਲੋਚਕ, ਸਾਡਾ ਪਾਠਕ, ਜੀ। ਅਸੀਂ ਪੰਜਾਬੀ ਰਚਨਾ ਤੇ ਕੰਮ ਨਹੀਂ ਕਰਦੇ, ਅਸੀਂ ਬੰਦਾ ਦੇਖਦੇ ਹਾਂ, ਇਹ ਸਾਡਾ ਏਜੰਡਾ ਪੂਰਾ ਕਰਦਾ ਹੈ। ਲਾਲੇ ਹੁਣ ਇਹੀ ਇਹ ਤੋਂ ਪਹਿਲਾਂ ਇੱਕ ਹੋਰ ਗੱਲ ਆਈ ਜਾਂਦੀ, ਇਹੀ ਕਵਿਤਾ ਰਜੇਸ਼ ਸ਼ਰਮਾ ਇੱਕ ਇੰਗਲਿਸ਼ ਦੇ ਪ੍ਰੋਫੈਸਰ ਨੇ, ਹੈੱਡ ਨੇ ਡਿਪਾਰਟਮੈਂਟ ਅੱਛੇ ਦੇ ਪਾਠਕ ਨਹਿਰੂ ਪੰਜਾਬੀ ਯੂਨੀਵਰਸਿਟੀ ਦੇ, ਉਹਨਾਂ ਨੇ ਇਹ ਮੈਗਜ਼ੀਨ ਪੜ੍ਹਿਆ। ਉਹ ਕਹਿੰਦੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀ ਪੂਰਨ ਸਿੰਘ ਇਦਾਂ ਵੀ ਲਿਖਦਾ। ਉਹ ਇੰਗਲਿਸ਼ ਦੇ ਪ੍ਰੋਫੈਸਰ ਨੇ, ਇੰਗਲਿਸ਼ ਦੀ ਕਵਿਤਾ ਹੈ ਜਿਹੜੀ ਅਨੁਵਾਦ ਹੋਈ Yes. ਹੋਈ ਹੈ ਨਾ, ਉਹ ਕਹਿੰਦੇ ਅਸੀਂ ਇਹਦੇ ਹਵਾਲੇ ਨਾਲ ਅਸੀਂ PhD ਕਰਾ ਰਹੇ ਇਹ ਹਾਂ ਦੋ ਪੂਰਨ ਸਿੰਘ। ਵਿਦਿਆਰਥੀਆਂ ਨੂੰ ਕਹਿੰਦੇ ਅਸੀਂ ਹੁਣ ਇਸ ਤੋਂ ਬਾਅਦ ਚਲਾਂਗੇ ਵੀ ਸਾਡਾ ਇਹਨਾਂ ਕੀ ਕਰਨਾ ਹੁੰਦਾ। ਸਾਡਾ ਐਡਾ ਕੁ ਏਜੰਡਾ ਹੀ ਆ ਕਿ ਇੱਕ ਵਾਰੀ ਗੱਲ ਸਾਹਮਣੇ ਆ ਤੁਰ ਪਵੇ, ਜਾਏ, ਜਿਹੜੀ yes. ਰਹੇਗੀ, ਸਾਨੂੰ ਲੱਗਦਾ ਕਿ ਰਹੇਗੀ। ਉਹ ਕਵਿਤਾ ਪੜ੍ਹਦਾ ਮੈਂ, ਇੱਕ ਔਰਤ ਡਲ ਝੀਲ ਕਿਨਾਰੇ ਪਾਗਲ ਹੋ ਗਈ ਹੈ, ਆਹਾ ਉਸ ਦਾ ਸ਼ਿਕਾਰਾ ਝੀਲ ਤੇ ਮਨੁੱਖੀ ਮਨ ਵਾਂਗ ਘੁੰਮਦਾ ਹੈ। ਕਿਆ ਬਾਤ ਹੈ, ਬਹੁਤ ਉਸ ਦਾ ਸ਼ਿਕਾਰਾ ਝੀਲ ਤੇ ਮਨੁੱਖੀ ਮਨ ਵਾਂਗ ਘੁੰਮਦਾ ਹੈ, ਨੰਗੀ ਲੱਕੜ ਦਾ ਤਖਤਾ ਜਿਵੇਂ ਬੁੱਢੀ ਈਵ ਦਾ ਸੁੱਕਿਆ ਢਾਂਚਾ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਅੱਛਾ। ਨੰਗੀ ਲੱਕੜ ਦਾ ਤਖਤਾ ਜਿਵੇਂ ਬੁੱਢੀ ਈਵ ਦਾ ਸੁੱਕਿਆ ਢਾਂਚਾ, ਪਰ ਉਹ ਕਹਿੰਦੀ ਹੈ ਇਹ ਸੰਪੂਰਨ ਬ੍ਰਹਿਮੰਡ ਹੈ। ਪਰ ਉਹ ਕਹਿੰਦੀ ਹੈ ਸੰਪੂਰਨ ਬ੍ਰਹਿਮੰਡ ਹੈ। ਉਸ ਕੋਲ ਆਪਣੇ ਅਲੱਗ ਚੰਨ, ਸੂਰਜ, ਤਾਰੇ, ਅਸਮਾਨ ਹਨ। ਉਸ ਕੋਲ ਆਪਣੇ ਅਲੱਗ ਸੂਰਜ, ਚੰਨ, ਤਾਰੇ, ਅਸਮਾਨ ਹਨ। ਸ਼ਿਕਾਰੇ ਨੂੰ ਗਹਿਣਾ ਨਾ ਸ਼ਿੰਗਾਰਦੀ। ਵਾਹ ਉਸਦੇ ਸਰੀਰ ਤੇ ਕੋਈ ਕੱਪੜਾ ਨਹੀਂ, ਉਸਦੇ ਸਰੀਰ ਤੇ ਕੋਈ ਕੱਪੜਾ ਨਹੀਂ, ਪਰ ਉਹ ਕਹਿੰਦੀ ਹੈ ਉਸ ਕੋਲ ਓਨੇ ਕੱਪੜੇ ਨੇ ਜਿੰਨੀਆਂ ਕਸ਼ਮੀਰ 'ਚ ਝੀਲਾਂ। ਕਿਆ ਬਾਤ ਹੈ, ਕਿਆ ਬਾਤ ਹੈ, ਵਾਹ ਵਾਹ ਵਾਹ। ਬਹੁਤ ਅੱਛਾ। ਉਸਦੇ ਸਰੀਰ ਤੇ ਕੋਈ ਕੱਪੜਾ ਨਹੀਂ, ਪਰ ਉਹ ਕਹਿੰਦੀ ਹੈ ਉਸ ਕੋਲ ਓਨੇ ਕੱਪੜੇ ਨੇ ਜਿੰਨੀਆਂ ਕਸ਼ਮੀਰ ਦੀਆਂ ਝੀਲਾਂ ਅਤੇ ਹਰੇ ਮੈਦਾਨ ਹਨ। ਵਾਹ ਵਾਹ। ਜਿੰਨੀ ਘਰ ਦੀ ਉਨ ਨੀਲੀ ਤਾਰ ਉੱਪਰ ਪਈ ਹੈ ਸੂਰਜ ਹੇਠਾਂ ਸੁੱਕਣ ਵਾਸਤੇ। ਕੀ ਬਾਤ ਹੈ। ਕਿਆ ਬਾਤ ਹੈ। ਕੁਝ ਸਮੇਂ ਲਈ ਉਹ ਚਨਾਰ ਦੇ ਹਰੇ ਪੱਤੇ ਪਹਿਨਦੀ ਹੈ। ਆਹਾ ਕੁਝ ਸਮੇਂ ਲਈ ਉਹ ਚਨਾਰ ਦੇ ਹਰੇ ਪੱਤੇ ਪਹਿਨਦੀ ਹੈ ਅਤੇ ਪੂਰੀ ਬਸੰਤ ਚਾਪਰ ਦੇ ਪੱਤਿਆਂ ਦਾ ਘੁੰਗਟ ਓੜ ਰੱਖਦੀ। ਉਸ ਦੀ ਮਹਿਮਾ ਕਮਾਲ ਹੈ। ਵਾਹ ਵਾਹ। ਕਿਆ ਬਾਤ ਹੈ। ਜੰਗਲੀ ਔਰਤ ਉਹ ਕਹਿੰਦੀ ਹੈ ਉਹ ਵਿਆਹੀ ਹੋਈ ਹੈ। ਜੰਗਲੀ ਔਰਤ ਉਹ ਕਹਿੰਦੀ ਹੈ ਉਹ ਵਿਆਹੀ ਹੋਈ ਹੈ, ਪਰ ਉਸਦੇ ਪਤੀ ਨੂੰ ਹਾਲੇ ਕਿਸੇ ਨੇ ਦੇਖਿਆ ਨਹੀਂ। ਪਰ ਉਸਦੇ ਪਤੀ ਨੂੰ ਹਾਲੇ ਕਿਸੇ ਨੇ ਦੇਖਿਆ ਨਹੀਂ। ਉਹ ਹਮੇਸ਼ਾ ਇਕੱਲੀ ਆਪਣੀ ਕਿਸ਼ਤੀ ਚਲਾਉਂਦੀ ਹੈ, ਪਰ ਕਹਿੰਦੀ ਰਹਿੰਦੀ ਹੈ ਉਸਦਾ ਪਤੀ ਉਸਦੀਆਂ ਬਾਹਾਂ 'ਚ ਹੈ। ਉਹ ਇਕੱਲੀ ਕਿਸ਼ਤੀ ਚਲਾਉਂਦੀ ਹੈ ਤੇ ਕਹਿੰਦੀ ਰਹਿੰਦੀ ਹੈ ਕਿ ਉਸਦਾ ਪਤੀ ਉਸਦੀਆਂ ਬਾਹਾਂ 'ਚ ਹੈ। ਲੋਕ ਕਹਿੰਦੇ ਨੇ ਕਿ ਅੱਧੀ ਰਾਤ ਨੂੰ ਚੰਨ ਵਾਂਗ ਲੱਟ ਵੱਲ ਉੱਠਦੀ। ਆਹਾ ਹਾਏ ਹਾਏ। ਲੋਕ ਕਹਿੰਦੇ ਨੇ ਕਿ ਅੱਧੀ ਰਾਤ ਨੂੰ ਚੰਨ ਵਾਂਗ ਲੱਟ ਵੱਲ ਉੱਠਦੀ ਹੈ ਤੇ ਉਹਦੇ ਚਿਹਰੇ ਤੇ ਵੜ ਰਹੇ ਪ੍ਰਕਾਸ਼ ਨਾਲ ਪੂਰੀ ਝੀਲ 'ਚ ਪ੍ਰਕਾਸ਼ ਦਾ ਹੜ ਆ ਜਾਂਦਾ ਹੈ। ਇੱਕ ਔਰਤ ਡਲ ਝੀਲ ਕਿਨਾਰੇ ਪਾਗਲ ਹੋ ਗਈ। ਸਾਡੇ ਕੋਲ ਐਸੀ ਵੀ ਆਰ ਸਿੰਘ ਸਾਡੇ ਕੋਲ ਪੋਇਟਰੀ ਹੈ ਨਹੀਂ। ਯਾ ਅਸੀਂ ਇਗਨੋਰ ਕਰਦੇ ਹਾਂ, ਖਤਮ Yes. ਕਰਦੇ ਹਾਂ, ਆਪੇ ਕਰਦੇ ਹਾਂ, ਮੁੜ ਕੇ ਕਹਿੰਦੇ ਕਿ ਸਾਡੇ ਕੋਲ ਵਿਸ਼ਵ ਪੱਧਰ ਦੇ ਕਵੀ ਹੈ। ਕਿਉਂ ਨਹੀਂ ਹੈਗੇ? ਤੁਸੀਂ ਵਿਸ਼ਵ ਪੱਧਰ ਦੇ ਕਵੀ ਵੀ ਕੁਛ ਇਹਦੇ ਵਿੱਚ ਛੇੜੇ ਸੀਗੇ। ਹਾਂ, ਸਾਡਾ ਕੋਈ ਇੱਕ ਦੋ ਗੱਲਾਂ ਉਹਨਾਂ ਬਾਰੇ ਵੀ ਕਿਆ ਅਨੁਭਵ ਨਾਲ ਇਹਨਾਂ ਦੇ ਇੱਕ ਹੋਰ ਬਹੁਤ ਖੂਬਸੂਰਤ ਕੰਮ ਕੀਤਾ ਹੈ ਕਿ ਜਿਹੜੇ ਲਾਈਵ ਨੇ ਕਵੀ ਜ਼ਿੰਦਾ ਨੇ ਅਜੇ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਤਰੱਦਦ ਕਰ ਕਰਕੇ ਉਹਨਾਂ ਦੀ ਪੋਇਟਰੀ ਬਾਰੇ ਸਮਝ ਵੀ ਉਹ ਪੰਜਾਬੀ ਵਾਲਿਆਂ ਦੇ ਨਾਲ ਜੋੜਦੇ ਨੇ। ਬਹੁਤ ਸਾਰੇ ਕਵੀ ਡਿਸਕਸ ਕੀਤੇ। ਕੋਈ ਬਹੁਤ ਇੰਟਰਸਟਿੰਗ ਵਾਕਿਆਤ ਜਿਵੇਂ ਤੁਸੀਂ ਦੱਸ ਰਹੇ ਸੀ, ਉਹਦੇ ਘਰ ਦੀ ਨਿਲਾਮੀ ਹੋ ਰਹੀ ਸੀ ਕਿਸੇ ਭਾਸ਼ਾ ਪੋਇਟ ਦੀ ਦੀ। ਨਿਲਾਮੀ ਦੇ ਵਿੱਚ ਉਹ ਕਮਿਟਡ ਬਹੁਤ ਨੇ। ਯਾ ਦੇਖੋ ਮੈਂ ਨਹੀਂ ਕਹਿੰਦਾ ਪੰਜਾਬੀ ਨਹੀਂ ਹੋਣਗੇ, ਪਰ ਮੈਨੂੰ ਮੇਰੇ ਐਕਸਪੀਰੀਅੰਸ ਤੋਂ ਮੈਨੂੰ ਬਹੁਤ ਕਮਿਟਡ ਲੱਗਿਆ। ਇਮਾਨ ਮਰਸ਼ਲ ਦੇ ਨਾਲ ਮੈਂ ਇੰਟਰਵਿਊ ਕਰ ਰਿਹਾ ਸੀਗਾ ਤੇ ਕੈਨੇਡਾ ਰਹਿੰਦੀ ਹੈ, ਇਜਿਪਟ ਤੋਂ ਕਾਇਰੋ। ਉਹ ਦੋ ਖੂਬਸੂਰਤ ਗੱਲਾਂ ਕਿ ਕਵੀ ਵਿਚਰ ਦਾ ਵੀ ਕਵੀ ਕਿਵੇਂ। ਯਾ ਪਹਿਲਾਂ ਤਾਂ ਇਹ ਕਿ ਅੱਧ ਇੰਟਰਵਿਊ ਦੇ ਵਿੱਚ ਨਾ ਉਹਦਾ ਕੋਈ ਟ੍ਰੈਜਡੀ ਹੋ ਗਈ ਬੈਕ ਹੋਮ।
ਤੇ ਉਹ ਕਹਿੰਦੀ ਸ਼ਿਵਦੀਪ ਕਿ ਮਤਲਬ ਡਿਸਕੰਟੀਨਿਊ ਕਰਨਾ ਪੈਣਾ। ਮੈਂ ਕਿਹਾ ਕੋਈ ਨਹੀਂ, ਜਾਂ ਮੈਗਜ਼ੀਨ ਲੇਟ ਕਰ ਲਾਂਗੇ ਜਾਂ ਤੁਹਾਨੂੰ ਅਗਲੇ 'ਚ ਕਰ ਲਾਂਗੇ, ਕਿ ਤੁਸੀਂ ਆਪਣਾ ਕਰੋ। ਫਿਰ ਜਦੋਂ ਟਿਕਟ ਬੁੱਕ ਕਰਾਈ ਹੋਏਗੀ, ਸਾਰਾ ਕੀਤਾ, ਤੇ ਮੈਨੂੰ ਉਹਦਾ ਮੈਸੇਜ ਆਉਂਦਾ ਕਿ ਮੇਰੀ ਜਰਮਨੀ ਫਰੈਂਕਫਰਟ ਦੇ ਵਿੱਚ 2 ਘੰਟੇ ਦੀ ਸਟੇ ਹੈ, ਕਿ ਤੇ ਉਹ ਸਮਾਂ ਹੈ ਰਾਤ ਦੇ 2:30-3 ਵਜੇ ਦਾ ਮੇਰਾ ਉਹ ਮੈਚ ਕਰ, ਪਤਾ ਨਹੀਂ ਕਿਸ ਤਰ੍ਹਾਂ ਕਿ ਕਿੰਨੇ ਵਜੇ ਹੋਏਗਾ, ਆਈ ਡੋਂਟ ਨੋ, ਰਾਤ ਦੀ ਟਾਈਮ ਸ਼ਾਇਦ ਉੱਪਰ ਥੱਲੇ ਹੋ ਜਾਵੇ। ਤੇ ਉਹਨੇ ਮੈਨੂੰ 에ਅਰਪੋਰਟ ਤੇ ਬੈਠ ਕੇ ਇੰਟਰਵਿਊ ਆਪਣੀ ਕੰਪਲੀਟ ਕਰਵਾਈ ਕਿ ਯਾਰ ਕਿ ਮੈਂ ਚੱਲ ਜਾਂਦੀ, ਮੇਰਾ ਧਿਆਨ ਰਹਿਣਾ ਸੀ, ਤੁਹਾਡਾ ਕੰਮ ਰੁਕ ਜਾਣਾ ਸੀ, ਤੁਸੀਂ ਇੰਨਾ ਪੜ੍ਹਿਆ। ਕਿਉਂਕਿ ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ, ਆਫ ਕੋਰਸ ਉਹਦਾ ਜੋ ਪਹਿਲੀਆਂ ਇੰਟਰਵਿਊਜ਼ ਨੇ, ਜੋ ਆਰਟੀਕਲਸ ਨੇ, ਪੋਇਟਰੀ ਪੜ੍ਹਾਂਗੇ, ਨੈਚੁਰਲੀ ਉਹ ਸਾਰਾ ਵਰਕ ਹੋਏਗਾ ਤਾਂ ਹੀ ਉਹਨਾਂ ਇੰਟਰਵਿਊ ਕੀਤਾ ਸਾਡੇ ਇੱਥੇ ਕਿਸੇ ਦਾ ਵੀ ਕੋਈ ਚੱਲ ਜਾ ਪਕਾਨੇ ਕਹਿੰਦੇ ਕਰ ਲਓ, ਉਹ ਤੁਹਾਨੂੰ ਜੱਜ ਕਰਦੇ ਨੇ ਪਹਿਲੇ। Yes. ਤਾਂ ਮੈਨੂੰ ਵੱਧ ਕਮਿਟਡ ਲੱਗਦੇ ਨੇ ਜੀ। ਪਹਿਲਾਂ ਤਾਂ ਨਾ ਗੱਲ ਕਰਦੇ ਨੇ ਕਿ ਕਿੱਥੋਂ ਕਿੱਦਾਂ ਪੋਇਟਰੀ ਬਾਰੇ ਕੀ ਸੋਚਦੇ ਹਨ। ਸੋ ਇੱਕ ਤਾਂ ਇਹ ਗੱਲ ਕਿ ਮੈਨੂੰ ਉਹ ਸਾਨੂੰ ਇੱਕ ਨੰਨਾ ਨਹੀਂ ਪਿਆ ਕਿਤੇ, ਪਤਾ ਨਹੀਂ ਕਿਵੇਂ ਕੁਦਰਤ ਆਪੇ ਕੰਮ ਕਰੀ ਜਾਂਦੀ, ਸਾਡਾ ਵਿੱਚ ਕੋਈ ਬਹੁਤਾ ਹੈ ਨਹੀਂ ਜਿੱਦਾਂ ਕਹਿੰਦੇ ਨਾ। ਇੱਕ ਉਹਦੀ ਹੋਰ ਘਟਨਾ ਹੈ ਕਿ ਮੈਂ ਆਪਣੀ ਬਾਲਕਨੀ 'ਚ ਬੈਠਾ, ਕੋਲ ਟਰੈਕ ਹੈ, ਤੁਸੀਂ ਦੇਖਿਆ ਕਰਨਾ, ਉੱਥੇ ਸਾਨੂੰ ਇਹ ਹੁੰਦਾ ਕਿ ਬਾਹਰਲੇ ਬੰਦੇ ਕੋਲ ਟਾਈਮ ਲਿਆ ਹੋਇਆ, ਉਹ ਡਿਸਟਰਬ ਹੋਏਗਾ। ਉਹ ਜਦੋਂ ਟ੍ਰੇਨ ਲੰਘੀ ਨਾ, ਕਿ ਕਵੀ ਕਿਵੇਂ ਕਵੀ ਹੈ, ਉਹ ਜਦੋਂ ਟ੍ਰੇਨ ਲੰਘੀ ਤੇ ਉਹਦੀ ਆਵਾਜ਼ ਆਈ, ਮੈਂ ਕਿਹਾ ਤੁਹਾਨੂੰ 2-4-5 ਸੈਕਿੰਡ ਡਿਸਟਰਬ ਹੋਣਾ ਕਿ ਹੋਲਡ ਕਰ ਲਓ। ਤੇ ਓਬਵੀਅਸਲੀ ਪ੍ਰੋਟੋਕੋਲ ਦੇ ਮਤਲਬ ਮੈਂ ਕਿਹਾ ਸੌਰੀ ਮਾਨ ਨਾ, ਕਿ ਹੁਣ ਉਹ ਕਹਿੰਦੇ ਆ ਕਿ ਸੌਰੀ ਕਹਿਣ ਤੇ ਗੱਲ ਹੀ ਨਹੀਂ, ਕਿ ਜੇ ਤੂੰ ਮੇਰੇ ਸ਼ਹਿਰ ਸ਼ਿਵਦੀਪ ਕਾਇਰੋ ਬੈਠਾ ਹੁੰਦਾ ਨਾ ਇਸ ਵੇਲੇ, ਤੇ ਇਹ ਆਵਾਜ਼ ਤੈਨੂੰ ਇਸ ਤਰ੍ਹਾਂ ਅਜ਼ਾਨ ਦੀ ਆਉਣੀ ਸੀ। ਹਾਏ ਹਾਏ ਹਾਏ, ਕੀ ਬਾਤ ਕਿ ਟ੍ਰੇਨ ਦੀ ਆਵਾਜ਼ ਨਹੀਂ, ਅਜ਼ਾਨ ਦੀ ਆਵਾਜ਼ ਹੈ। ਦਿਸ ਇਜ਼ ਪੋਇਟਰੀ। ਤਨਵੀਰ ਨੂੰ ਸੁਝਿਆ ਕਿ ਕੁਛ ਕਵਿਤਾਵਾਂ ਨੇ, ਕੁਛ ਲੇਖਕਾਂ ਦੀਆਂ, ਪੰਜਾਬੀਆਂ ਦੀਆਂ, ਉਹ ਕਵਿਤਾਵਾਂ ਸਿਆਣ ਕੇ ਤੁਸੀਂ ਇਹ ਸਿਆਣ ਭਰਾਗਾ ਜਿਹੜਾ ਆ, ਉਹ ਕਿਹੜੇ ਕਵੀਆਂ ਦੀ ਸਿਆਣ ਕੀਤੀ, ਤੇ ਕਿਹੋ ਜੀ ਕਵਿਤਾ, ਪੰਜਾਬੀ ਦੀ ਕਿਹੋ ਜੀ ਕਵਿਤਾ। ਐਡੇ ਮਾੜੇ ਬੰਦੇ ਵੀ ਨਹੀਂ ਯਾਰ, ਹਨ ਨਹੀਂ ਤਾਂ ਪੰਜਾਬੀ ਕੋਈ ਨੇ ਸਾਰੇ। ਮੈਂ ਉਹੀ ਕਿਹਾ ਵੀ ਪੰਜਾਬੀਆਂ ਦੀ ਕਵਿਤਾ ਤੁਹਾਨੂੰ ਕਿਹੋ ਜੀ ਸਿਆਣ ਅੱਜ ਜਿਹੜੀ ਕਵਿਤਾ ਲਿਖੀ ਜਾ ਰਹੀ, ਕਿਉਂਕਿ ਤੁਸੀਂ ਇੰਨੀ ਮਿਹਨਤ ਕੀਤੀ, ਸਾਰਾ ਤਪ ਕੀਤਾ। ਮੋਦੀ ਦਾ ਝੂਠ ਹੀ ਬੋਲੀ ਜਾਂਦਾ, ਤਪ ਤਾਂ ਤਨਵੀਰ ਕਰਦਾ ਹੈ ਨਾ। ਉਹਦੇ ਵਿੱਚੋਂ ਕਿਹੋ ਜਿਹੇ ਪਛਾਣ ਚਿੰਨ੍ਹ ਨਕਸ਼ ਲੱਭਦੇ, ਇਦਾਂ ਦੇ ਲਫ਼ਜ਼ ਹੀ ਪੰਜਾਬੀ ਕਵੀ ਨੂੰ ਵਿਗਾੜਦੇ ਨੇ। ਉਹਨੇ ਆਪਣਾ ਕੰਮ ਕੀਤਾ ਯਾਰ। ਇਹ ਕਿਤਾਬ ਦਾ ਨਾ ਗੱਲ ਨਹੀਂ ਕਰਨੀ ਸੀ ਮੈਂ, ਇਹਦੀ ਕਿਤਾਬ ਦਾ ਕੋਈ ਰੌਲਾ ਪੈ ਗਿਆ ਸੀ। ਕੋਈ ਗੱਲ ਨਹੀਂ। ਅਸੀਂ ਲਾਲ ਸਿੰਘ ਦਿਲ ਕਵੀ ਲੈ ਲਿਆ ਇਹਦੇ ਵਿੱਚ, ਆਪਾਂ ਮਿਲਣਾ ਜ਼ਰੂਰ ਆਪਣੇ ਜਲੰਧਰ ਦੇ ਹੀ ਆ ਉਹ, ਤੇ ਉਹ ਸਾਨੂੰ ਨਹੀਂ ਪਤਾ ਸੀ ਇਹਦੇ ਕਾਪੀਰਾਈਟ ਨੇ ਕਿਸੇ ਕੋਲੇ। ਸੋ ਇਹ ਰੁਕ ਗਈ ਹਾਂ ਕਿਤਾਬ। ਹਾਂ, ਉਹ ਰੁਕਣੀ ਪੈ ਗਈ ਕਿਤਾਬ ਟਾਈਮ ਤੇ ਆ ਕੇ, ਹੈ ਨਾ। ਉਹਨਾਂ ਕੋਲੇ ਹੱਕ ਸੀ ਨਾ, ਆਪਾਂ ਕਹਿ ਨਹੀਂ ਸਕਦੇ। ਕਈਆਂ ਨੇ ਸਾਨੂੰ ਆਖਿਆ ਕਿ ਉਹਨਾਂ ਨੂੰ ਕਹਿ ਦਿਓ ਕਿ ਕਰ ਲਓ ਜੋ ਕੁਝ ਕਰਨਾ। ਸਾਨੂੰ ਨਹੀਂ ਲੱਗਦਾ ਕਿ ਨਹੀਂ, ਚਲੋ ਕਵੀ ਦਾ ਕਵੀ ਨੂੰ ਘੱਟੋ ਘੱਟ ਹੈ ਨਾ, ਵੀ ਉਹਨਾਂ ਦੇ ਹੱਕ ਨੇ। ਉਹ ਕਿਤਾਬ ਬਾਰੇ ਹੋ ਸਕਦਾ ਵੀ ਉੱਦਾਂ ਦੀ ਗੱਲ ਨਾ ਚੱਲੇ, ਉਹ ਸਾਨੂੰ ਰੋਕਣੀ ਪੈ ਗਈ ਇੱਕ ਵਾਰੀ ਕਿਤਾਬ। ਉਹਦੇ ਵਿੱਚ ਉਹਨਾਂ ਨੂੰ ਕਵੀ ਦੱਸ ਦੇਣਾ ਕਿਹੜੇ ਕਿਹੜੇ ਲਿਖਤੇ ਆ। ਮੈਂ ਉਹਦੇ ਬਹਾਨੇ ਦੇ ਨਾਲ ਮੈਂ ਕਿਹਾ ਕਵੀ ਕਿਹੋ ਜਿਹਾ ਹੈ, ਔਰ ਤੁਹਾਨੂੰ ਕਿਹੋ ਜਿਹਾ ਦ੍ਰਿਸ਼ ਕਿਹੋ ਜਿਹਾ ਲੱਗਾ, ਇਸ ਕਿਤਾਬ ਨੂੰ ਕਰਦੇ ਆ। ਅਮਰਜੀਤ ਚੰਦਨ ਪਹਿਲਾ ਪੋਇਟ, ਉਹਦੇ ਚ ਅਮਤੋਜ, ਅਜਮੇਰ ਰੋਡੇ, ਅੰਬਰੀਸ਼, ਸਤੀ ਕੁਮਾਰ, ਹਰਨਾਮ, ਗੁਲ ਚੌਹਾਨ, ਗੁਰਪ੍ਰੀਤ, ਜਸਵੰਤ ਦੀਦ, ਦੇਵਨੀਤ, ਭੁਪਿੰਦਰਪ੍ਰੀਤ, ਮੋਨਕਾ ਕੁਮਾਰ, ਰਾਜਵਿੰਦਰ ਮੀਰ, ਲਾਲ ਸਿੰਘ ਦੇ 15 ਕਵੀ ਸੀ। 15 ਕਵੀ ਅਸੀਂ ਲੈਤੇ ਸੀ। ਬੁੱਟਰ ਕਾਹਤੇ ਛੱਡਤਾ ਤੁਸੀਂ? ਦਰਸ਼ਨ ਬੁੱਟਰ ਸਾਲਾਂ ਦੇ ਬੁੱਟਰ ਦੀ ਗੱਲ ਉਹਦਾ ਪ੍ਰਧਾਨ ਹੋ ਗਈ ਗੱਲ। ਇਹਨਾਂ ਦਾ ਕੀ ਦ੍ਰਿਸ਼ ਲੱਭੇ ਤੁਹਾਨੂੰ? ਦਿਲ ਜਿਹੜਾ ਰੋਡੇ ਹੋਰਾਂ ਦੀ ਕਵਿਤਾ ਥੋੜਾ ਦੱਸ ਸਕਦੇ ਹੋ? ਹਾਂ। ਜੀ। ਰੋਡੇ ਹੋਰਾਂ ਦੀ ਕਵਿਤਾ ਮੈਨੂੰ ਕਿਉਂ ਵਧੀਆ ਲੱਗਦੀ ਹੈ, ਮੈਂ ਦੱਸਦੀ। ਕਵਿਤਾ ਦਾ ਕਾਰਜ ਕੀ ਮੈਨੂੰ ਲੱਗਦਾ ਹੁੰਦਾ, ਕਵਿਤਾ ਦਾ ਕਾਰਜ ਕੀ ਹੁੰਦਾ, ਇਹ ਤੇ ਗੱਲ ਕਰ ਲਈ। ਹਾਂ, ਕਵੀਆਂ ਦੇ ਕਵਿਤਾ ਦੇ ਹਵਾਲੇ ਨਾਲ ਉਹ ਆਪਣੇ ਜਿਹੜੀਆਂ ਗੱਲਾਂ। Yes. ਮੇਰੇ ਪਿੰਡ ਨਾ ਓਪਨ 에ਅਰ ਥੀਏਟਰ ਹੈ ਜੀ, ਉੱਥੇ ਨਾਟਕ ਕਰਦੇ ਗੁਰਸ਼ਰਨ ਸਿੰਘ, ਅਜਮੇਰ ਸਿੰਘ, ਔਲ ਖਰਗੇ ਨਾਟਕ ਕਰਦੇ ਨੇ। ਮੈਨੂੰ ਨਾਟਕ ਕਿਤੇ ਜਚਿਆ ਨਹੀਂ, ਮੈਨੂੰ ਪਤਾ ਨਹੀਂ ਕਿਉਂ ਨਹੀਂ ਜਚਿਆ। ਮੈਨੂੰ ਲੱਗਦਾ ਹੁੰਦਾ ਕਿ ਇਹ ਲਾਊਡ ਬਹੁਤ ਬੋਲਦੇ ਆ, ਇੱਦਾਂ ਵੀ ਹੁਣ ਤਾਂ ਟੈਕਨੀਕ ਆ ਗਈ ਕਿ ਹੌਲੀ ਬੋਲੋ ਤੁਸੀਂ ਨਾ। ਉਸ ਓਪਨ 에ਅਰ ਥੀਏਟਰ 'ਚ ਮੇਰੇ ਪਿੰਡ ਦਾ ਇੱਕ ਬੰਦਾ ਬੈਠਾ। ਮੈਨੂੰ ਤੁਹਾਡੀ ਵਿੱਚ ਚਰਚਾ ਬਹੁਤ ਅੱਛੀ ਲੱਗ ਰਹੀ ਹੈ, ਹਾਂਜੀ, ਪਰ ਮੇਰੀ ਮਜਬੂਰੀ ਹੈ। ਨਹੀਂ ਕੋਈ ਕਹੀ ਗੱਲ ਨਹੀਂ। ਕੋਈ ਮੇਰੀ ਪੁਸਤਕ ਹੈ, ਮੈਂ ਠੀਕ ਹੈ, ਓਕੇ ਥੈਂਕ ਯੂ। ਮਿਹਰਬਾਨੀ। ਉਸੇ ਓਪਨ ਥੀਏਟਰ 'ਚ ਇੱਕ ਬੰਦਾ ਬੈਠਾ, ਪਿੰਡੂ ਬੰਦਾ ਉਹ। ਮੈਂ ਵੀ ਬੈਠਾ ਤੇ ਉਹਦੀ ਗੱਲ ਸੁਣੀ ਜਾਂਦਾ। ਉਹ ਕਹਿੰਦਾ ਯਾਰ ਉਹ ਬੰਦੇ ਦੀ ਤੂੰ ਕੀ ਗੱਲ ਕਰਦਾ ਯਾਰ, ਕਿਸੇ ਬਾਰੇ ਗੱਲ ਕਰਦਾ ਉਹ। ਕਹਿੰਦਾ ਉਹਦਾ ਤਾਂ ਆਪਣੇ ਮੁੰਡੇ ਨਹੀਂ, ਕਹਿੰਦਾ ਨਾਟਕ ਖੇਡਦੇ ਹੁੰਦੇ ਉਹ, ਵੀ ਉਹ ਕੁੱਤਾ ਬਹੁਤ ਸੋਹਣਾ ਹੁੰਦਾ। ਕਹਿੰਦਾ ਕੁੱਤੇ ਨੂੰ, ਕਹਿੰਦਾ ਬੜਾ ਸੋਹਣਾ ਕੁੱਤਾ ਯਾਰ। ਕਹਿੰਦਾ ਉਹਨੂੰ ਪਤਾ ਹੁੰਦਾ ਵੀ ਇਹ ਜੱਜ ਦਾ ਕੁੱਤਾ ਹੈਗਾ। ਕਹਿੰਦਾ ਉਹਨਾਂ ਨੂੰ ਸੋਹ ਮਿਲ ਜਾਂਦੀ ਹੈ ਕਿ
ਯਾਰ ਵੀ ਜੱਜ ਦਾ ਕੁੱਤਾ ਨਹੀਂ ਤਾਂ ਕਿਸੇ ਮਾਤੜ ਦਾ ਕੁੱਤਾ ਗਾ, ਕਹਿੰਦਾ ਉਹਦੇ ਲੱਤ ਮਾਰਦਾ ਕੁੱਤੇ ਦੇ, ਕਹਿੰਦਾ ਉਹਦੀ ਤਾਂ ਬੰਦੇ ਦੀ ਉਹ ਗੱਲ ਹੈ। ਐਦਾਂ ਦਾ ਬੰਦਾ ਕਹਿੰਦਾ ਉਹ ਜੇ ਉਹਨੂੰ ਲੱਗੇਗੀ। ਮੈਨੂੰ ਇਹ ਲੱਗਿਆ ਕਿ ਕਵਿਤਾ ਦਾ ਕਾਰਜ ਉੱਥੇ ਨਾਟਕ ਨੇ ਕਾਰਜ ਕੀ ਕੀਤਾ, ਉਹਨੂੰ ਆਪਦੀ ਗੱਲ ਕਹਿਣ ਲਈ ਸ਼ਬਦ ਦੇ ਦਿੱਤੇ। ਜਾਂ ਜਿਵੇਂ ਸਰੋਂ ਦੇ ਫੁੱਲ ਕਵਿਤਾ, ਇੱਕ ਰੋਡੇ ਦੀ ਕਵਿਤਾ ਕਿ ਉਹਦਾ ਮੈਂ ਪੜ੍ਹ ਦਿੰਦਾ ਹਾਂ। ਟਾਈਮ ਖੁੱਲਾ ਕੋਈ ਗੱਲ ਨਹੀਂ। ਕੋਈ ਨਹੀਂ, ਸਾਨੂੰ ਦੱਸ ਦਿਓ ਕਦੋਂ ਰੁਕਣਾ। ਸਰੋਂ ਦੇ ਫੁੱਲ ਕਵਿਤਾ ਮੇਰੇ ਰੋਡੇ ਦੀ। ਜੇ ਤੁਹਾਨੂੰ ਕਦੇ ਤੁਸੀਂ ਇਸ ਬੱਸ ਅੱਡੇ ਤੇ ਬੈਠਾ ਕਲਮ ਕੱਲਾ ਬਜ਼ੁਰਗ ਵੇਖੋ ਤਾਂ ਹੈਰਾਨ ਨਾ ਹੋਣਾ। ਮੈਨੂੰ ਪਤਾ ਉਹ ਕੌਣ ਹੈ, ਉਹ ਮੇਰਾ ਬਾਪ ਹੈ। ਉਹ ਕਿਸੇ ਬੱਸ ਦੀ ਉਡੀਕ ਨਹੀਂ ਕਰ ਰਿਹਾ, ਨਾ ਕਿਸੇ ਦੋਸਤ ਮਿੱਤਰ ਦੀ, ਤੇ ਨਾ ਹੀ ਉਹ ਤੁਰਦਾ ਤੁਰਦਾ ਸਾਹ ਲੈਣ ਲਈ ਇੱਥੇ 2 ਪਲ ਅਟਕਿਆ ਹੈ। ਉਸ ਦੀ ਆਸ-ਪਾਸ ਕਿਸੇ ਦੁਕਾਨ ਤੇ ਜਾਣ ਦੀ ਕੋਈ ਮਨਸਾ ਨਹੀਂ। ਉਹ ਤਾਂ ਬਸ ਉਂਝ ਹੀ ਬੈਠਾ ਹੈ ਬੈਂਚ ਤੇ, ਕਦੇ ਕਦੇ ਮੁਸਕਰਾ ਪੈਂਦਾ ਹੈ, ਕੋਈ ਗੱਲ ਵੀ ਕਰਦਾ ਹੈ, ਪਰ ਸੁਣਨ ਵਾਲਾ ਕੋਈ ਨਹੀਂ। ਸੜਕ ਤੇ ਬੱਸਾਂ ਕਾਰਾਂ ਲੋਕਾਂ ਦੀ ਨਦੀ ਵਹਿੰਦੀ ਹੈ। ਕੀ ਬਾਤ ਹੈ। ਉਹਦੇ ਸਿਰ ਵਿੱਚ ਬਿੰਬਾਂ ਰੂਪਕਾਂ ਅਲੰਕਾਰਾਂ ਦਾ ਦਰਿਆ ਵਗਦਾ ਹੈ। ਜਦੋਂ ਬੱਤੀਆਂ ਲਾਲ ਹੋ ਜਾਂਦੀਆਂ ਨੇ ਸਭ ਕੁਝ ਖੜ ਜਾਂਦਾ ਹੈ। ਪਿੱਛੇ ਉਸਦੇ ਪਿੰਡ ਵਿੱਚ ਅੱਧੀ ਰਾਤ ਹੋ ਜਾਂਦੀ ਹੈ। ਬੱਤੀਆਂ ਹਰੀਆਂ ਹੋ ਜਾਣ ਤਾਂ ਸਵੇਰ। ਜਦੋਂ ਕੋਈ ਕਾਰ ਦਾ ਹਾਰਨ ਵਜਾਉਂਦਾ ਹੈ ਤਾਂ ਉਸਦੇ ਪਿੰਡ ਗਵਾਂਢੀਆਂ ਦਾ ਕੁੱਤਾ ਭੌਂਕ ਰਿਹਾ ਹੁੰਦਾ ਹੈ। ਜਦੋਂ ਕੋਈ ਪੀਲੀ ਕਾਰ ਲੰਘਦੀ ਹੈ ਉਹਦੇ ਸਿਰ ਵਿੱਚ ਸਰੋਂ ਦੇ ਲੱਖ ਹਜ਼ਾਰਾਂ ਫੁੱਲ ਖਿੜ ਜਾਂਦੇ। ਕੀ ਬਾਤ ਹੈ, ਵਾਹ। ਇਹ ਕਵਿਤਾ ਮੈਂ ਪੜ੍ਹੀ ਮੇਰੇ ਕਾਲਜ ਦੇ ਰਾਹ 'ਚ ਇੱਕ ਕਲੋਨੀ ਆ ਮਾਨਸਾ, ਪੰਜਾਬੀ ਭਾਗ ਕਹਿੰਦੇ ਨੇ, ਮੇਰੇ ਦੋਸਤਾਂ ਦੇ ਘਰ ਹੀ ਨੇ ਉੱਥੇ। ਪੇਂਡੂ ਮੁੰਡੇ ਨੇ ਜੀ ਉਹ ਉਹਨਾਂ ਨੇ ਸ਼ਹਿਰ 'ਚ ਘਰ ਪਾਏ ਹੋਏ ਨੇ। ਉਹਨਾਂ ਦੇ ਕਲੋਨੀ ਦੇ ਬਾਹਰ 'ਚ ਅਕਸਰ ਇੱਕ ਬਜ਼ੁਰਗ ਖੜਾ ਹੁੰਦਾ। ਮੈਂ ਉਹਨੂੰ ਅਕਸਰ ਦੇਖਦਾ ਕਿ ਇਹ ਇੱਥੇ ਕਿਉਂ ਖੜਾ ਹੁੰਦਾ, ਜਾਂ ਸਾਹਮਣੇ ਮੋਟਰ ਆ ਉੱਥੇ ਮੋਟਰ 'ਤੇ ਬੈਠਾ ਹੁੰਦਾ, ਉਹ ਪਿੰਡੂਆਂ ਨਾਲ ਬੈਠਾ ਚਾਹ ਪੀ ਜਾਂਦਾ ਹੁੰਦਾ। ਮੈਨੂੰ ਲੱਗਿਆ ਕਿ ਇਹਦਾ ਐਡਾ ਸੋਹਣਾ ਘਰ ਆ, ਘਰੇ ਬੈਠੇ AC ਲੱਗਿਆ ਹੋਇਆ ਨਾ। ਮੈਨੂੰ ਇਹ ਕਵਿਤਾ ਨੇ ਸੈਂਸ ਦਿੱਤੀ ਉਹਦੀ ਕਿ ਇਹ ਬੰਦੇ ਦਾ ਮਸਲਾ ਕੀ ਆ, ਮੈਨੂੰ ਵੀ ਇਹ ਉੱਥੇ ਕਿਉਂ ਨਹੀਂ ਬੈਠ ਸਕਦਾ। ਕਵਿਤਾ ਦਾ ਕਾਰਜ ਮੈਨੂੰ ਇੰਨਾ ਕੁ ਕਾਰਜ ਲੱਗਦਾ ਹੁੰਦਾ ਕਵਿਤਾ ਦਾ। ਇਹਦੇ ਵਿੱਚ ਇੱਕ ਹੋਰ ਗੱਲ ਕਰਨ ਵਾਲੀ ਹੈ ਕਿ ਅਸੀਂ ਇਹਦੀ ਦੋਨੇ ਸੰਪਾਦਕੀਆਂ 'ਚ ਇੱਕ ਵਾਕ ਲਿਖਿਆ ਬਹੁਤ ਸੁਚੇਤ ਹੋ ਗਿਆ। ਦੂਜੀ 'ਚ ਸ਼ਾਇਦ ਥੋੜਾ ਟੇਢਾ ਲਿਖਿਆ ਕੁਝ ਸੀਗਾ ਕਿ ਕਵਿਤਾ ਨੂੰ ਕਵੀ ਤੋਂ ਵੀ ਸੁਤੰਤਰ ਹੋਣਾ ਚਾਹੀਦਾ। ਬਿਲਕੁਲ। ਜਿਵੇਂ ਕਵਿਤਾ ਲਿਖਦਾ ਨਾ ਉਸ ਆਫ ਕੋਰਸ ਜੇ ਆਪਾਂ ਬਹੁਤ ਹਾਰਸ਼ਲੀ ਗੱਲ ਕਰੀਏ ਮੇਰੀ ਕਵਿਤਾ ਮੇਰੀ ਸ਼ਬਦ ਤੋਂ ਵੱਖਰੀ ਕਿਵੇਂ ਕਿ, ਬਟ ਕਵਿਤਾ ਨੂੰ ਉਹ ਕਵੀ ਤੋਂ ਮੁਕਤ ਹੋਣਾ ਚਾਹੀਦਾ। ਉਹਦਾ ਕੋਈ ਜਿੱਦਾਂ ਸਰੋਂ ਦੇ ਫੁੱਲ ਹੈ ਨਾ, ਇਹ ਸਾਨੂੰ ਰੋਡੇ ਦਾ ਕੋਈ ਮਨੋਰਥ ਨਹੀਂ ਦੱਸਦੀ। ਨਰੋਲ ਕਵਿਤਾ ਦੇ ਰੂਪ 'ਚ ਹੋ ਰਿਹਾ ਹੈ। ਇਹ ਕਿ ਇੱਕ ਅਸੀਂ ਹੋਰ ਚੀਜ਼ ਪ੍ਰੀ ਪੋਇਟਿਕ ਚਲੋ ਤੁਹਾਡੇ ਮਾਧਿਅਮ ਨਾਲ ਸਪਸ਼ਟ ਕਰਦੇ। ਸਾਨੂੰ ਬਹੁਤ ਮਿੱਤਰਾਂ ਨੇ ਕਿਹਾ ਯਾਰ ਕਿ ਗਜ਼ਲ ਕਰ ਲਓ, ਆਹ ਕਰ ਲਓ, ਨਜ਼ਮ ਤੇ ਕਰ ਲਓ। ਸਾਡਾ ਫੰਡਾ ਬਿਲਕੁਲ ਕਲੀਅਰ ਕੱਟ ਹੈ, ਇਸ ਪੋਇਟਰੀ 'ਤੇ ਕੰਮ ਕਰਨਾ। ਠੀਕ ਹੈ। ਹੁਣ ਇਸ ਪੋਇਟਰੀ ਦੀ ਸਭ ਤੋਂ ਜਿਹੜੀ ਖੂਬਸੂਰਤ ਗੱਲ ਹੈ, ਲਿਖਤਾ ਸੀ ਬਹੁਤ ਮਿੱਤਰ ਸਾਰੇ ਬਹੁਤ ਵੱਡੇ ਪੱਧਰ 'ਤੇ ਲਿਖ ਰਹੇ, ਪਰ ਇਸ ਕਵਿਤਾ ਦੀ ਖੂਬਸੂਰਤ ਗੱਲ ਹੈ ਕਿ ਵਾਧੂ ਵਿਚਾਰ ਤਾਂ ਕੀ ਇਹ ਵਾਧੂ ਸ਼ਬਦ ਵੀ ਐਕਸੈਪਟ ਨਹੀਂ ਕਰਦੇ। ਇੱਕ ਸ਼ਬਦ ਜਿੱਥੇ ਇੱਕ ਸ਼ਬਦ ਵੱਧ ਗਿਆ ਉੱਥੇ ਫਿਰ ਉਹ ਸਾਡੀਆਂ ਗੱਲਾਂ ਆਉਂਦੀਆਂ ਨੇ ਕਿ ਵਾਰਤਕ ਹੈ ਜੀ, ਐਂਟਰ ਮਾਰੇ ਹੋਏ ਨੇ, ਉਹ ਵੀ ਸਾਡੀ ਨੇ ਲਿਖੀ, ਉਹ ਵੀ ਅਸੀਂ ਐਕਸੈਪਟ ਕੀਤੀਆਂ, ਅਸੀਂ ਪ੍ਰਚਲਿਤ ਕੀਤੀਆਂ। ਤੀਸਰੀ ਗੱਲ ਇਹਦੇ ਵਿੱਚ ਇਹ ਹੈ ਕਿ ਸਾਡੇ ਬਹੁਤੇ ਐਂ ਵੀ ਨਾ ਲੱਗੇ ਕਿ ਅਸੀਂ ਗਿਆਨ ਦੇ ਰਹੇ, ਨਿੱਜੀ ਵਿਚਾਰ ਨੇ। ਕੋਈ ਵੀ ਆਪਾਂ ਸਵਾਲ ਲੈ ਸਕਦੇ। ਜਿਵੇਂ ਫਿਲਮ ਹੁੰਦੀ ਨਾ, ਫਿਲਮ ਦਾ ਜਦੋਂ ਫਰੇਮ ਬਣਦਾ ਉਹਦੇ ਵਿੱਚ ਕੋਈ ਵੀ ਚੀਜ਼ ਵਾਧੂ ਨਹੀਂ ਹੁੰਦੀ, ਉਹ ਡਾਇਰੈਕਟਰ ਦੇ ਅਕੋਰਡਿੰਗ ਚੱਲਦਾ। ਅਸੀਂ ਕਵਿਤਾ ਨੂੰ ਇਸ ਤਰ੍ਹਾਂ ਟ੍ਰੀਟਮੈਂਟ ਨਹੀਂ ਦਿੰਦੇ। ਕਵਿਤਾ ਦੇ ਵਿੱਚ ਇੱਕ ਅਸੀਂ ਬੰਦਾ ਐਸਟੈਬਲਿਸ਼ ਕਰਦੇ ਹਾਂ ਜੀ, ਮੈਂ ਉੱਥੋਂ ਲੰਘਿਆ ਮੈਨੂੰ ਉਹ ਟੱਕਰਿਆ, ਉਹ ਤੋਂ ਬਾਅਦ ਦ੍ਰਿਸ਼ ਬਦਲਦਾ, ਮੈਂ ਆਹ ਕਰਨਾ ਪਿਆ। ਉਹ ਬੰਦਾ ਉੱਥੇ ਕੀ ਕਰ ਰਿਹਾ ਫਿਰ? ਕਿ ਉਹਦੀ ਦ੍ਰਿਸ਼ 'ਚ ਰੈਲੇਵੈਂਸੀ ਹੈ, ਕਿ ਉਹਦੀ ਵਿਚਾਰ 'ਚ ਰੈਲੇਵੈਂਸੀ ਹੈ। ਅਗਲੀ ਗੱਲ ਫਿਰ ਆਪਾਂ ਕਵੀਆਂ ਨੂੰ ਕਹਿੰਦੇ ਆਪਾਂ ਸਾਡੇ ਅਕਸਰ ਆਪਾਂ ਇੱਕ ਦੂਜੇ ਨਾਲ ਗੱਲਾਂ ਕਰਦੇ ਜਦੋਂ ਪ੍ਰਸ਼ੰਸਾ ਕਰਦੇ, ਯਾਰ ਭਾਸ਼ਾ ਬਹੁਤ ਸੋਹਣੀ ਹੈ, ਇਕੱਲੀ ਸੋਹਣੀ ਭਾਸ਼ਾ ਕਵਿਤਾ ਨਹੀਂ ਹੋ ਸਕਦੀ। ਵਿਚਾਰ ਇਕੱਲੀ ਵਿਚਾਰ ਕਵਿਤਾ ਨਹੀਂ ਹੋ ਸਕਦਾ। ਦ੍ਰਿਸ਼ ਇਕੱਲਾ ਦ੍ਰਿਸ਼ ਕਵਿਤਾ ਨਹੀਂ ਹੋ ਸਕਦਾ। ਇਕੱਲਾ ਅਰਥ ਤਾਂ ਕਵਿਤਾ ਜਦ ਹੈ ਹੀ ਇਨ ਬਿਟਵੀਨ ਦ ਸਪੇਸਿਸ, ਅਰਥ ਨਾਲ ਤਾਂ ਉਹਦਾ ਕੋਈ ਲੈਣਾ। ਇਹ ਚਲੋ ਸਾਡੇ ਕੋਲ ਜਿੱਥੋਂ ਆਉਂਦੀ ਕਰਦੇ ਆਪਾਂ ਉਹਦੀ ਗੱਲ ਨਹੀਂ ਕਰਦੇ। ਕਵੀ
ਦ੍ਰਿਸ਼ ਦੇ ਵਿੱਚ ਆਪਣਾ ਪ੍ਰੋਪ ਕਿਵੇਂ ਰੱਖਦਾ। ਮੈਂ ਤੁਹਾਨੂੰ ਉਹਦੀ ਐਗਜ਼ਾਮਪਲ ਦਿੰਦਾ, ਤਨਵੀਰ ਦੀ ਕਿਤਾਬ 'ਚ ਉਹਦੀ ਅਮਦੋਸ ਦੀ ਕਵਿਤਾ ਆ, 2 ਜਗ੍ਹਾ ਇੱਕ ਵਾਕ ਵਰਤਦਾ। ਕੀ ਕਬੂਤਰ ਕਵਿਤਾ ਦਾ ਨਾਂ ਕੀ ਹੈ? ਚਲੋ ਖੈਰ ਕਿ ਲਫ਼ਜ਼ ਮੇਰੇ ਕੋਲ ਆਉਂਦੇ, ਮੈਂ ਉਹਨਾਂ ਦੇ ਕਬੂਤਰ ਬਣਾ ਦਿੱਤੇ। ਆਹਾ, ਇਹ ਉਹਨੇ ਕਵਿਤਾ 'ਚ ਕਬੂਤਰ ਐਸਟੈਬਲਿਸ਼ ਕੀਤਾ। ਮੈਂ ਇੱਕ ਲਾਈਨਾਂ ਸੁਣਾ ਦਵਾਂ ਲਾਲ ਸਿੰਘ ਦਿਲ ਦੀਆਂ। ਉਹ ਚਾਹ ਦੀ ਦੁਕਾਨ ਕਰਦਾ ਸੀ। ਕਵੀ ਦੇ ਵਿੱਚ ਕਵਿਤਾ ਕਿਵੇਂ ਫੁੱਟਦੀ ਆ। ਉਹ ਕਹਿੰਦਾ ਸਵੇਰੇ ਹੀ ਉੱਡ ਜਾਂਦੇ ਨੇ ਛਿੱਕਿਆਂ ਚੋਂ ਗਲਾਸ ਕਬੂਤਰ ਵਾਂਗ, 2.5 ਦਰਜਨ ਗਲਾਸ। ਉਹ ਗਲਾਸ ਉਹਦੇ ਛਿੱਕਿਆਂ ਚੋਂ ਕਬੂਤਰ ਵਾਂਗ ਉੱਡਦੇ ਜਿਹੜੇ ਸਿੱਖ ਤੇ ਆ ਗਿਆ। ਉਹ ਕਹਿੰਦਾ ਮਕਵਾਸੀ ਲਫ਼ਜ਼ ਮੇਰੇ ਕੋਲ ਆਉਂਦੇ, ਮੈਂ ਉਹਨਾਂ ਦੇ ਕਬੂਤਰ ਬਣਾ ਦਿੰਦਾ। ਫਿਰ ਤੂੰ ਸ਼ਾਰਕ ਵਾਂਗ ਫੱਫ ਕਰਕੇ ਮੇਰੇ ਕੋਲ ਗਈ, ਇਹ ਹੋਇਆ ਮੈਂ ਮੁੜ ਲਫ਼ਜ਼ਾਂ ਦੋਸਤਾਂ ਤੇ ਸੜਕਾਂ ਵਿਚਾਲੇ ਘਿਰ ਗਿਆ। ਹੁਣ ਇਹ ਜਿਹੜੀ ਮੈਂ ਕਹਿੰਦਾ ਦ੍ਰਿਸ਼ ਦੇਖਿਓ ਕੀ ਬਣਦਾ ਤੁਹਾਡੇ ਸਾਰਿਆਂ ਦੇ ਨਾਲ। ਲਫ਼ਜ਼ ਮੇਰੇ ਕੋਲ ਆਉਂਦੇ, ਮੈਂ ਉਹਨਾਂ ਨੂੰ ਕਬੂਤਰ ਬਣਾ ਦਿੰਦਾ, ਮੁੜ ਲਫ਼ਜ਼ਾਂ ਦੋਸਤਾਂ ਸੜਕਾਂ ਵਿਚਾਲੇ ਘਿਰ ਗਿਆ। ਹੁਣ ਲਫ਼ਜ਼ ਮੇਰੇ ਕੋਲ ਆਉਂਦੇ, ਮੈਂ ਉਹਨਾਂ ਦੀਆਂ ਧੌਣਾ ਮਰੋੜ ਦਿੰਦਾ। ਆਹ, ਗਿੱਚੀ ਮਰੋੜ ਦਿੰਦਾ, ਹਾਂ, ਗਿੱਚੀ ਮਰੋੜ ਦਿੰਦਾ ਜਾਂਦਾ। ਧੌਣਾ ਮਰੋੜ। ਉਹ ਜਦੋਂ ਸਾਡੇ ਦਿਮਾਗ 'ਚ ਕੀ ਹੈ ਕਬੂਤਰ, ਪਰ ਇਸ ਲਾਈਨ 'ਚ ਕਬੂਤਰ ਨਹੀਂ ਹੈ ਸ਼ਬਦ। ਕਬੂਤਰ ਉਹਨੇ- ਸ਼ਬਦ ਨਹੀਂ। ਯੈਸ, ਕਬੂਤਰ ਨੇ ਐਸਟੈਬਲਿਸ਼ ਕੀਤਾ ਹੋਇਆ। ਯੈਸ, ਇਵੇਂ ਕਵੀ ਪੰਜਾਬੀ ਕਵੀ ਸੰਕੋਚ ਨਾਲ ਸ਼ਬਦ ਨਹੀਂ ਵਰਤਦਾ। ਯੈਸ, ਉਹਦੇ 'ਚ ਉਹ ਤਾਂ ਹੀ ਉਹ ਕਵਿਤਾ 'ਚ ਸਾਨੂੰ ਰਿਦਮ ਨਹੀਂ ਲੱਗਦੀ, ਇੰਨੀ ਲੈ ਹੈ ਨਾ ਕਵਿਤਾ ਦੇ ਵਿੱਚ। ਕਮਾਲ ਦੀ। ਕੋਈ ਵੀ ਕਵਿਤਾ ਜਿਹਨੂੰ ਆਪਾਂ ਕਹਿੰਦੇ ਲੈ ਤੋਂ ਬਿਨਾਂ ਤਾਂ ਸੰਭਵ ਹੀ ਨਹੀਂ ਹੈ, ਚਾਹੇ ਉਹ ਕਰਦਾ ਮਰਦਾ ਜਰਦਾ ਨਾ ਕਰਦਾ ਹੋਵੇ, ਉਹ 'ਚ ਵੀ ਰਿਦਮ ਹੈ ਨਾ। ਯੈਸ, ਉਹ ਲਫ਼ਜ਼ਾਂ ਦਾ ਦੀ ਇਹਦੇ ਵਿੱਚ ਵੀ ਕਵਿਤਾ ਦੀ ਇੱਕੋ ਹੀ ਕਵਿਤਾ ਹੈ, ਸਾਹ ਆਇਆ ਵਿਛੋੜਾ, ਉਹਦੇ ਇੱਕ ਸ਼ਬਦ ਤੋਂ ਲੈ ਕੇ ਮੈਨੂੰ ਤੁਹਾਨੂੰ ਕਵਿਤਾ ਹੈ, ਉਹਦਾ ਲੈ ਉਹਦੀ ਟਾਈਟਲ ਦੇ ਨਾਲ ਯੈਸ, ਸਾਹ ਇੱਕ ਸਪੇਸ ਹੈ ਬੋਲਣ ਵਾਸਤੇ। ਸੋ ਕਵੀ ਨੂੰ ਇਹ ਸੁਚੇਤ ਹੋਣਾ ਪਏਗਾ, ਕਵੀ ਨੂੰ ਆਪਣੇ ਮੁਕਤ ਹੋਣਾ ਪਏਗਾ। ਕਵੀ ਨੂੰ ਸਮਾਂ ਵਿਸ਼ਵ ਕਵਿਤਾ 'ਚ ਕਿੱਥੇ ਪਹੁੰਚ ਚੁੱਕਾ ਹੈ, ਯੈਸ, ਚਾਹੇ ਉਹਦੀ ਨਿੱਜੀ ਏਜੰਡਾ ਤਾਂ ਹੁੰਦਾ ਹੀ ਹੈ ਹਰੇਕ ਰਚਨਾ ਦਾ, ਹਰੇਕ ਵਾਕ ਦਾ, ਬਟ ਕੀ ਉਹ ਤੁਹਾਡੀ ਛਾਪ ਤੋਂ ਮੁਕਤ ਹੈ? ਮੈਂ ਕਵਿਤਾ ਨੂੰ ਤਾਂ ਅਸੀਂ ਇਸ ਕਵਿਤਾ ਤੇ ਗੱਲ ਕਰਦੇ। ਫਿਰ ਦੂਜਾ ਇਹਦੇ ਵਿੱਚ ਗੱਲ ਹੈ ਕਿ ਫਿਰ ਅਸੀਂ ਇੱਥੇ ਕੰਮ ਕਿਉਂ ਨਹੀਂ ਕਰਦੇ, ਕਿਉਂਕਿ ਸਾਨੂੰ ਕੰਟੈਂਟ ਘੱਟ ਹੈ। ਅਸੀਂ ਇੱਕ ਕਵੀ ਕਿਉਂ ਲੈਂਦੇ ਹਾਂ? ਯੈਸ, ਸਾਡਾ ਕੋਈ ਬਹੁਤ ਇਹਦਾ ਲੰਬਾ ਚੌੜਾ ਤਾਮਝਾਮ ਵੀ ਨਹੀਂ, 10 ਅੰਕ ਮੰਨ ਕੇ ਚੱਲੇ ਸੀ ਕੱਢਣੇ, ਮੈਨੂੰ ਲੱਗਦਾ ਸੀ 10 ਵੀ ਨਹੀਂ ਕੱਢਣੇ। ਆਈ ਡੋਂਟ ਨੋ ਇਹਦਾ ਕੀ ਬਣੇਗਾ, ਬਟ ਜਿੰਨਾ ਕੰਮ ਹੋ ਸਕਿਆ। ਹੁਣ ਜੇ 1 'ਚ 4 ਦੇ ਦਈਏ, 40 ਕਵੀ ਹੈ ਨਹੀਂ ਸਾਡੇ ਤੋਂ। ਪੂਰਨ ਸਿੰਘ ਤੇ ਖੁੱਲ੍ਹ ਕੇ ਕੰਮ ਕੀਤਾ, ਹਰਨਾਮ ਤੇ ਸਾਡਾ 68 ਪੇਜਾਂ ਦਾ ਬਹੁਤ ਅੱਛਾ ਕੰਮ ਹੈ। ਯੈਸ, ਯੈਸ, ਯੈਸ। ਯਾ ਮੈਂ ਇੱਧਰ ਆਉਣ ਤੋਂ ਪਹਿਲਾਂ ਇੱਕ ਛੋਟਾ ਸਵਾਲ ਤੁਹਾਡੇ। ਤਨਵੀਰ ਕਵੀ ਹੈ, ਤਨਵੀਰ ਉਹਨੂੰ ਕਿਵੇਂ ਦੇਖਦਾ, ਆਪਣੇ ਕਵੀ ਮਨ ਨੂੰ ਕਿਵੇਂ ਦੇਖਦੇ ਹੋ ਤੁਸੀਂ? ਮੈਨੂੰ ਇਹ ਲੱਗਦਾ ਕਿ ਮੈਂ ਪੂਰਾ ਕਵੀ ਨਹੀਂ, ਮੈਨੂੰ ਇਹ ਲੱਗਦਾ ਰਹਿੰਦਾ ਕਿ ਕੁਝ ਹੋਰ ਹੋ ਸਕਦਾ ਹੁੰਦਾ। ਜਾਂ ਪਿਛਲੇ ਦਿਨ ਨਾ 5 ਸਾਲ ਪਹਿਲਾਂ ਮੇਰੀ ਕਿਤਾਬ ਆਈ, ਇੱਕ ਮੇਰੀ ਦਾਵ ਕਵਿਤਾ ਗੁਰੂ ਨੇ ਫਤਿਹ ਬਖਸ਼ਤੀ ਕੀਤੀ, ਉਹਦੀ ਬੱਲੇ ਬੱਲੇ ਬਹੁਤ ਹੋ ਗਈ। ਉਹ ਮੈਨੂੰ ਇੱਥੇ ਮੈਂ ਜਾਣੀ ਕਿ ਪਾਠਕ ਦੀ ਤਾਨਾਸ਼ਾਹੀ ਦੀ ਗੱਲ ਕਰਨਾ ਚਾਹੁੰਦਾ। 2-3 ਐਂਗਲ ਆਪਾਂ ਪਾਠਕ ਤੇ ਡਿਸਕਸ ਕਰਾਂਗੇ ਜੇ ਸਮਾਂ ਹੈ। ਵੀ ਮੈਂ ਸਟੇਜ ਤੇ ਚੜਦਾ, ਕਵਿਤਾ ਆ ਗਈ YouTube ਤੇ ਪਈ ਹੈ ਕਵਿਤਾ, ਉਹ ਜੀ ਦਾਵ ਸੁਣਾਓ, ਮੈਨੂੰ ਅੱਗੇ ਨਹੀਂ ਲੰਘਣ ਦਿੰਦੇ। ਮੈਨੂੰ 1-2 ਪਹਿਲਾਂ 2 ਵਾਰੀ 3 ਵਾਰੀ ਲੱਗਿਆ ਵੀ ਕਿ ਮੈਂ ਬਹੁਤ ਵੱਡਾ ਕਵੀ ਹਾਂ, ਮੇਰਾ ਤੇ ਨਾ ਚੱਲ ਗਿਆ, ਤਾੜੀਆਂ ਵੱਜੀ ਜਾਂਦੀਆਂ ਨਾ, ਤਾੜੀਆਂ 2 ਵਾਰੀ ਵੱਜੀਆਂ, 3 ਦਾਵ ਸੁਣਾਓ ਜੀ। ਆ ਸੁਣਾਈ ਦਿਓ ਸੱਚ। ਉਹ ਲੱਗਦਾ ਵੀ ਯਾਰ ਵੀ ਹੋਰ ਕਵਿਤਾ ਵੀ ਲਿਖੀ ਆ, ਮੈਨੂੰ ਲੱਗਦਾ ਮੈਂ 5 ਕਵਿਤਾਵਾਂ ਲਿਖੀਆਂ ਨੇ, ਪਰ ਮੈਂ ਆਪ ਇਮਾਨਦਾਰੀ ਨਾਲ ਮੰਨਦਾ ਵੀ ਕਈ ਕਵਿਤਾਵਾਂ ਹੁਣ ਮੈਨੂੰ ਮੇਰੀਆਂ ਕਵਿਤਾਵਾਂ ਨਹੀਂ ਲੱਗਦੀਆਂ। ਉਹ 'ਚ ਲੱਗਦਾ ਕਿ ਗੱਲ ਹੈਗੀ ਆ, ਪਰ ਉਹ 'ਚ ਭਾਸ਼ਾ ਨਹੀਂ ਹੈਗੀ। ਕਈ ਕਵਿਤਾਵਾਂ 'ਚ ਮੈਨੂੰ ਲੱਗਦਾ ਹੈਗਾ, ਮੈਂ ਜੇ ਇਮਾਨਦਾਰੀ ਨਾਲ ਆਖਾਂ ਕਿ ਇੱਕ ਕਵਿਤਾ ਤੇ ਚਲੋ 3 ਕਵਿਤਾਵਾਂ ਮੈਂ ਚੰਗੀਆਂ ਲਿਖੀਆਂ ਨੇ, ਮੈਨੂੰ ਲੱਗਦਾ ਹੈਗਾ, ਤੇ ਹੁਣ ਲੱਗਦਾ ਵੀ ਨਹੀਂ, ਉਹ 'ਚ ਬਹੁਤ ਕੁਝ ਰੱਦ ਕੀਤਾ ਜਾ ਸਕਦਾ। ਜਿਹੜਾ ਅਗਲੇ ਅੰਕ 'ਚ ਤੁਸੀਂ ਸਮਿੱਤਰ ਮੋਹਨ ਨੂੰ ਕਰ ਰਹੇ ਹੋ, ਉਹਨੇ ਬਹੁਤ ਸੋਹਣੀ ਗੱਲ ਕਹੀ। ਸ਼ਿਵਦੀਪ ਵੀ ਕਵੀ ਹੈ। ਮੈਂ ਚਲੋ ਕੋਈ ਨਹੀਂ, ਉਹ ਮਾਇਨੇ ਨਹੀਂ ਰੱਖਦਾ, ਉਹ ਵੀ ਦੱਸਣਾ ਹੈ। ਮੈਂ ਉਹ ਕਹਿੰਦਾ ਕਿ ਉਹ 98 ਦਾ 96 ਸਾਲ ਦਾ ਹੋਊਗਾ ਜਦੋਂ ਉਹਨੇ ਕਿਤਾਬ ਉਹ ਦਿੱਤੀ। ਉਹ ਇੱਕ ਤਰ੍ਹਾਂ ਨਾਲ ਆਪਣੀ ਆਖਰੀ ਕਿਤਾਬ ਮੰਨਦਾ ਹੁੰਦਾ। ਉਹਨੇ ਉਹਦੇ 'ਚ 149 ਕਵਿਤਾਵਾਂ ਦਿੱਤੀਆਂ। ਇੱਕ ਕਵੀ ਜਿਹਨੇ ਸਾਰੀ ਉਮਰ ਲਿਖਿਆ, 96 ਸਾਲ ਦੀ ਕਿਤਾਬ ਦਿੰਦਾ, ਤੇ ਉਹ 'ਚ ਲਿਖਦਾ ਕਿ ਬਾਕੀਆਂ ਨੂੰ ਮੇਰੀਆਂ ਅਭਿਆਸ ਕਵਿਤਾਵਾਂ ਮੰਨ ਕੇ ਰੱਦ ਕਰਤਾ ਜਾਵੇ, ਕਿ ਮੈਨੂੰ ਇਹਨਾਂ 149 ਕਵਿਤਾਵਾਂ ਨਾਲ ਜਾਣਿਆ ਜਾਵੇ। ਜੇ ਤੁਹਾਨੂੰ ਕਵਿਤਾਵਾਂ ਲੱਗਦੀਆਂ ਨੇ, ਨਹੀਂ ਤਾਂ ਤੁਸੀਂ ਆਪਣੀ ਸਮਰੱਥਾ ਮੁਤਾਬਕ ਇਹ ਵੀ ਰੱਦ ਕਰ ਦਿਓ।
ਸਾਡਾ ਕभी ਨਹੀਂ ਕਰਦਾ, ਸਾਡਾ ਕभी ਛਾਤੀ ਤੇ ਲੱਗ ਘੁੰਮ ਲਗਾ। ਸ਼ਿਵਦੀਪ ਕਰਦਾ ਰੱਦ ਕੁਛ? ਮੈਂ ਆਪਣੀ ਪਹਿਲੀ ਪੂਰੀ ਕਿਤਾਬ ਰੱਦ ਕਰ ਮੈਂ ਲਿਖਿਆ ਹੋਇਆ। ਦਿੱਲੀ ਤੋਂ PhD ਦਾ ਫੋਨ ਆਉਂਦਾ, ਮੈਂ ਕਿਹਾ ਨਹੀਂ ਯਾਰ ਉਹ ਤਾਂ ਮੈਂ ਰੱਦ ਕਰ ਚੁੱਕਾ, ਮੇਰੀ ਵਿਆਸ ਕਵਿਤਾ ਹੀ ਕਹਿ ਲਓ ਉਹਨੂੰ, ਉਹ ਬਚਪਨ ਦੀ ਗਲਤੀ ਸੀ ਉਹ ਮੇਰੀ। ਇਟਸ ਬਿਊਟੀਫੁਲ। ਲੇਕਿਨ ਕਬ ਸੁਣ ਲਿਆ ਨਾ ਨਹੀਂ ਕੋਈ ਕਵਿਤਾ। ਨਹੀਂ, ਨਾ ਕੋਈ ਨਹੀਂ, ਹੁਣੇ ਸੁਣਾ ਦੇਣੀ ਇਹਨਾਂ ਨੇ, ਕਵਿਤਾ ਹੀ ਸੁਣਾਉਣ ਦੇ। ਕੈਮਰਾ ਬੰਦ ਹੋ ਗਿਆ, ਕਵਿਤਾ ਹੀ ਕਵਿਤਾ ਨਹੀਂ। ਕੈਮਰੇ ਬੰਦ ਹੀ ਆ। ਆਪਾਂ ਇਹ ਸਾਡੀ ਇੱਕ ਇਹ ਪਰੰਪਰਾ, ਅਸੀਂ ਪਰੰਪਰਾ ਸ਼ਬਦ ਬਾਰ-ਬਾਰ ਗਲਤ ਆ ਰਿਹਾ, ਇਹ ਅਸੀਂ ਪੰਜਾਬੀ ਚ ਕਰਨਾ ਚਾਹੁੰਦੇ ਹਾਂ। ਇਸ ਮੈਗਜ਼ੀਨ ਦਾ ਇੱਕੋ ਹੀ ਇੱਕ ਏਜੰਡਾ ਹੈ, ਦੂਸਰੇ ਕਵੀ ਦੀ ਕਵਿਤਾ ਉੱਪਰ ਕੰਮ ਕਰਨਾ ਚਾਹੀਦਾ। ਆਪਣੇ ਪਸੰਦ ਦੇ ਕਵੀ ਦੱਸੋ। 1 ਸਾਲ ਹੋ ਗਿਆ ਸਾਨੂੰ, ਕਿਸੇ ਕਵੀ ਨੇ ਹਾਲ ਤੱਕ ਨਹੀਂ ਦੱਸੇ। ਵੈਸੇ ਆਪਣੀ ਕਵਿਤਾ ਦੀ ਕਿੰਨੀ ਗੱਲ ਕਰੋਗੇ? ਕਵਿਤਾ ਲਿਖਤੀ ਛਪ ਗਈ ਯਾਰ, ਪੜੋ ਨਾ ਪੜੋ, ਪਰ ਅਸੀਂ ਪੜ੍ਹਦੇ। ਦੂਜੇ ਕਵੀ ਦੀ ਕਵਿਤਾ ਤੇ ਕੰਮ ਕਰਨਾ ਕਿਉਂ ਜ਼ਰੂਰੀ ਹੈ? ਟਕਰਾਵ ਕਿਉਂ ਜ਼ਰੂਰੀ ਹੈ? ਸੰਵਾਦ ਕਿਉਂ ਜ਼ਰੂਰੀ ਹੈ? ਇਹ ਸਾਡੇ ਬਿਲਕੁਲ ਗਾਇਬ ਹੈ। ਕਵੀ ਦਰਬਾਰਾਂ ਤੇ ਪਾਠਕ ਵੀ ਹੈ, ਜਿਵੇਂ ਪਾਠਕ ਦਿਨਾਂ 'ਚ ਦਾਬ ਸੁਣਾ, ਮੈਨੂੰ ਬਹੁਤ ਵਾਰ ਕਿਹਾ ਕਿ ਦਾਬ ਥੱਲੇ ਤੇਰਾ ਕੰਮ ਹੋ ਜਾਣਾ। ਮੈਂ ਪਿਛਲੇ 6 ਮਹੀਨੇ ਤੋਂ ਕਹਿ ਰਿਹਾ ਮੈਂ ਦਾਬ ਪੜ੍ਹਨੀ ਬੰਦ ਕਰ ਦੇ, ਮੂੰਹ ਤੇ ਬੈਠਾ। ਨੈਚੁਰਲੀ। ਸੋ ਪਾਠਕ ਦੀ ਵੀ ਤਾਨਾ ਚਾਹੀਏ। ਪਾਠਕ ਸਾਡਾ ਕਵੀ ਨੂੰ ਸਵਾਲ ਹੀ ਨਹੀਂ ਕਰਦਾ ਯਾਰ ਕਿ ਤੂੰ ਸੁਣ ਲਿਆ, ਪੜ੍ਹ ਲਿਆ, ਗਾਂ ਵਧੋ, ਕੀ ਕੀਤਾ, ਅਗਲੀ ਕੀ ਕਵਿਤਾ ਲਿਖ ਲਈ। ਜਦ ਕਵੀ ਨੂੰ ਡਰ ਹੀ ਨਹੀਂ ਹੈ, ਕਵੀ ਨੂੰ ਇਹ ਡਰ ਨਹੀਂ ਹੈ ਕਿ ਇੱਥੇ ਮੈਂ ਕੁਝ ਲਿਖ ਦੇਵਾਂ ਕਿ ਉਹ ਕਵਿਤਾ ਪ੍ਰਚਾਰੀ ਜਾਣੀ ਹੈ। ਤੇ ਤਨਵੀਰ ਦੀ ਐਗਜ਼ਾਮਪਲ ਦਿੰਦਾ, ਇਹਨੇ ਕਿਸਾਨੀ ਮੋਰਚੇ ਤੇ ਬੱਪੀ ਆਣੇ ਵਾਲੀ ਉਹ ਲਿਖਤੀ, ਰਵੀਸ਼ ਕੁਮਾਰ ਨੇ ਵੀ ਆਪਣੇ ਚੈਨਲ ਤੇ ਬੋਲ ਦਿੱਤੀ ਸੀ। ਕਵੀ ਤਨਵੀਰ ਨੇ ਪੰਜਾਬੀ 'ਚ ਵੀ, ਕਵੀ ਤਨਵੀਰ ਨੇ। ਮੈਂ ਕਿਹਾ ਯਾਰ ਉਹ ਕਵਿਤਾ ਕਿੱਥੇ ਕਵਿਤਾ ਹੈ ਉਹ ਯਾਰ। ਮੈਂ ਮਤਲਬ ਆਪਣੇ ਦੋਸਤ ਦੀ, ਮੇਰਾ ਨਿੱਜੀ ਦੋਸਤ ਆ, ਇਹਦੇ ਮੂੰਹ ਤੇ ਕਹਿਣਾ, ਮੈਨੂੰ ਕਿਹਾ, ਮੈਂ ਕਿਹਾ ਯਾਰ ਤੂੰ ਕਿਹੜੇ ਬੰਦੇ ਨੂੰ ਕਵਿਤਾ। ਹੁਣ ਕਵੀ ਨੇ ਜੇ ਕੋਈ ਗੱਲ ਲਿਖੇ ਹੀ ਦਿੱਤੀ ਹੈ, ਜ਼ਰੂਰੀ ਨਹੀਂ ਕਿ ਉਹ ਕਵਿਤਾ ਯਾ ਕਵਿਤਾ ਤੁਹਾਡੀ। ਸਾਨੂੰ ਵਾਦ ਨਾਲ ਲੈਣਾ ਦੇਣਾ ਨਹੀਂ, ਸਾਨੂੰ ਏਜੰਡੇ ਨਾਲ ਲੈਣਾ ਦੇਣਾ ਨਹੀਂ। ਤੁਸੀਂ ਸਾਡੇ ਨੂੰ ਗੀਤ ਲਿਖੋ, ਪਰ ਜਿਹੜੀ ਵੀ ਸਿਨਫ, ਜਿਹੜੀ ਵੀ ਉਹ 'ਚ ਤੁਸੀਂ ਲਿਖ ਰਹੇ ਹੋ, ਕੀ ਉਹਦੇ 'ਚ ਕਵਿਤਾ ਹੈ? ਸਿਰਫ ਕਿ ਇਹ ਕਵਿਤਾ ਮੇਰੀ ਪਾਰਟੀ ਨੂੰ ਜਾਂ ਮੇਰੇ ਮਨੋਰਥ ਨੂੰ ਸਿੱਧ ਕਰਦੀ ਹੈ, ਤੇ ਤਨਵੀਰ ਨੇ ਜੇ ਵਿਚਾਰ ਲਿਖਤਾ ਕਿ ਉਹਨੂੰ ਮੈਂ ਕਵਿਤਾ ਕਹਿ ਕੇ ਕਹਿ ਦਵਾਂ ਤਨਵੀਰ ਦੀ ਬੱਲੇ ਬੱਲੇ ਆ। ਸੋ ਦਿਸ ਹੈਵ ਟੂ ਸਟਾਪ। ਕਵਿਤਾ 'ਚ ਕਵਿਤਾ ਦੀ ਤਲਾਸ਼, ਮੇਰੇ ਪ੍ਰੀ ਪੋਇਟਿਕ ਬਾਰੇ, ਮੇਰੀ ਕਿਤਾਬ ਬਾਰੇ, ਆਪਣਾ ਸਾਰੇ ਬਾਰੇ, ਮੇਰੇ ਬਾਰੇ, ਇਹਦੇ ਬਾਰੇ ਤੁਸੀਂ ਕਸੀਦਾ ਲਿਖ ਦਿਓ, ਅਸੀਂ ਉਹ 'ਚ ਵੀ ਤਲਾਸ਼ ਕਰਾਂਗੇ ਕਵਿਤਾ ਹੈ।